ਰਾਸ਼ਟਰਪਤੀ ਦੇ ਸਾਈਨ ਤੋਂ ਮਗਰੋਂ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਮਗਰੋਂ ਇਹ ਧਰਨੇ ਪ੍ਰਦਰਸ਼ਨ ਹੋਰ ਤੇਜ਼ ਹੋਣ ਦੀ ਸੰਭਾਵਨਾ ਵੀ ਹੈ। ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਰਾਸ਼ਟਰਪਤੀ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਵੱਲੋਂ ਚੁਣਿਆ ਹੋਇਆ ਇੱਕ ਨੁਮਾਇੰਦਾ ਹੈ। ਉਹਨਾਂ ਨੂੰ ਇਸ ਅਹੁਦੇ ਤੇ ਬਿਠਾਉਣ ਵਾਲੀ ਭਾਰਤੀ ਜਨਤਾ ਪਾਰਟੀ ਹੈ। ਉਹ ਆਪਣੇ ਅਕਾਮਾਂ ਦੇ ਖਿਲਾਫ ਕਿਵੇਂ ਜਾ ਸਕਦੇ ਨੇ, ਪਰ ਕਿਸਾਨਾਂ ਨੇ ਇਸ ਵੇਲੇ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਬਹੁਤ ਹੀ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਾਲ ਦੀ ਘੜੀ ਇਹ ਗੱਠਜੋੜ ਤੋੜਨ ਲਈ ਤਿਆਰ ਨਹੀਂ ਸਨ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਨਾ ਵੀ ਮੁਨਾਸਬ ਨਾ ਸਮਝਿਆ, ਸਗੋਂ ਆਪਣੀ ਧੱਕੇਸ਼ਾਹੀ ਦੇ ਨਾਲ ਇਹਨਾਂ ਬਿੱਲਾਂ ਨੂੰ ਪਾਸ ਕਰਵਾ ਲਿਆ ਗਿਆ। ਤੇ ਇਹਨਾਂ ਨੇ ਇੱਕ ਟੈਂਪਰੇਰੀ ਜੀ ਸਪੋਰਟ ਵਾਪਸ ਲਈ ਹੈ। ਕੁਝ ਨਹੀਂ ਪਤਾ ਜੀ ਆ ਜਿਹੜਾ ਲਾਈਕ ਸੁੱਖਾ ਗੱਪੀ ਹੈ, ਥੋੜਾ ਟਾਈਮ ਪਾ ਕੇ ਫੇਰ ਜਾ ਕੇ ਇਹਨਾਂ ਦੇ ਵਿੱਚ ਜਾ ਰਹੇ, ਕਿਉਂਕਿ ਉਹਦੀ ਵਾਈਫ ਤਾਂ ਆਲਰੇਡੀ ਉਹਨਾਂ ਨੂੰ ਸਪੋਰਟ ਕਰ ਹੀ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਇਹ ਖੇਤੀ ਦਾ ਸਾਰਾ ਧੰਦਾ ਫੜਾਉਣ ਦਾ ਯਤਨ ਕੀਤਾ। ਹੁਣ ਤੱਕ ਦਾ ਇਤਿਹਾਸ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਇਹ ਰਿਹਾ ਕਿ ਉਸ ਨੇ ਆਮ ਲੋਕਾਂ ਨੂੰ ਛੱਡ ਕੇ ਹਰ ਮਾਮਲੇ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ। ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਮਦਨ ਮੋਹਨ ਮਿੱਤਲ ਨੇ ਸਾਫ਼-ਸਾਫ਼ ਇੱਕ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗੱਠਜੋੜ ਤੋੜ ਕੇ ਬਹੁਤ ਹੀ ਬਚਕਾਨਾ ਹਰਕਤ ਕੀਤੀ। ਜਿੰਨਾ ਚਿਰ ਇਹ ਦਿੱਲੀ ਦੇ ਵਿੱਚ ਜਾ ਕੇ ਸੰਘਰਸ਼ ਨਹੀਂ ਕਰਦੇ, ਦਿੱਲੀ ਦੇ ਵਿੱਚ ਉਹਨਾਂ ਦਾ ਨੱਕ ਦੇ ਵਿੱਚ ਦਮ ਨਹੀਂ ਕਰਦੇ, ਉਹਨਾਂ ਚਿਰ ਸਮਝੋ ਵੀ ਆਪਣੇ ਜਿਹੜੀ ਹੈ ਆਪਣੇ ਹੱਥ ਕੁਛ ਨਹੀਂ ਲੱਗਣਾ। ਰਾਸ਼ਟਰਪਤੀ ਦੀ ਕੁਆਲੀਫਿਕੇਸ਼ਨ ਦੇਖੀ ਜਾਂਦੀ ਸੀ, ਇਹਨੂੰ ਅਕਲ ਕਿੰਨੀ ਆ, ਇਹਨੇ ਕੀਤਾ ਕੀ ਹੈ, ਤੇ ਇਹਨਾਂ ਤੇ ਚੱਕ ਕੇ ਉਹਨੇ ਇੱਕ ਰਾਜਪਾਲ ਤੋਂ ਚੱਕ ਕੇ ਉਹਨੂੰ ਰਾਸ਼ਟਰਪਤੀ ਬਣਾਤਾ ਜੀ। ਬਰਗਾੜੀ ਦਾ ਮਸਲਾ ਦੇਖ ਲਓ, ਆ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਹਨਾਂ ਦਾ ਮਸਲਾ ਦੇਖ ਲਓ। ਹੁਣ ਉਹ ਸਾਰੇ ਮਸਲੇ ਠੰਡੇ ਬਿਸਤਰੇ 'ਚ ਪੈ ਗਏ। ਹੁਣ ਯੂਪੀ ਹੋਈ ਜਾਂ ਬਿਹਾਰ ਹੋਇਆ, ਮੱਧ ਪ੍ਰਦੇਸ਼ ਹੋਇਆ, ਰਾਜਸਥਾਨ ਹੋਇਆ, ਇਹਦੇ ਜਿਹੜੇ ਕਿਸਾਨ ਨੇ ਜਿਹੜੀ ਇਹਦੀਆਂ ਵੋਟਾਂ ਨੇ ਨਾ, ਇਹ ਵੋਟਾਂ ਜਿਹੜੀਆਂ ਨੇ ਇਹ ਮਤਲਬ ਦਿਮਾਗ ਉਹਦਾ ਠੀਕ ਕਰ ਸਕਦੀਆਂ ਨੇ। ਕਹਿੰਦੇ ਆ ਵੀ ਨੱਕ 'ਚ ਦਮ ਕਰਨਾ ਚਾਹੋ ਤਾਂ ਮੋਦੀ ਨੂੰ ਉੱਥੋਂ ਇਹ ਜਿੰਨੀਆਂ ਭਾਵੇਂ ਨਤੀਸ਼ ਕੁਮਾਰ ਦੇ ਨਾਲ ਜਿਹੜਾ ਕੋਈ ਗੱਠਜੋੜ ਉਹਦਾ ਬਣਿਆ ਹੋਇਆ ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਨਰਿੰਦਰ ਮੋਦੀ ਜਾਂ ਉਸ ਦੇ ਖੇਤੀ ਮੰਤਰੀ ਉਹ ਵੀ ਨਰਿੰਦਰ ਹੈ। ਨਰਿੰਦਰ ਤੋਮਰ ਦੇ ਉੱਤੇ, ਇਹਨਾਂ ਦੋ ਨਰਿੰਦਰਾਂ ਦੇ ਉੱਤੇ ਕੋਈ ਮਤਲਬ ਕਹਿ ਸਕਦੇ ਹਾਂ ਆਪਾਂ ਅਸਰ ਨਹੀਂ ਹੋਇਆ। ਜਿਨ੍ਹਾਂ ਦੇ ਉੱਤੇ ਕਾਨੂੰਨ ਲਾਗੂ ਹੋਣਾ ਹੈ, ਕਿਸਾਨਾਂ ਦੇ ਉੱਤੇ, ਉਹਨਾਂ ਦੇ ਨਾਲ ਤੁਸੀਂ ਹੁਣ ਤੱਕ ਗੱਲ ਕਿਹੜੀ ਕੀਤੀ ਹੈ? ਉਸ ਸਥਿਤੀ ਦੇ ਵਿੱਚ ਜਦੋਂ ਦੇਖਿਆ ਕਿ ਚਾਰੇ ਪਾਸਿਓਂ ਅਸੀਂ ਘਿਰ ਗਏ ਹਾਂ, ਕਿਸਾਨੀ ਸਾਡੇ ਹੱਥਾਂ 'ਚੋਂ ਨਿਕਲਦੀ ਜਾ ਰਹੀ ਹੈ, ਉਸ ਵੇਲੇ ਮਜਬੂਰਨ ਵਸ ਇਹਨਾਂ ਨੂੰ ਇਹ ਸਾਥ ਛੱਡਣਾ ਪਿਆ। ਸਿਆਸੀ ਪਾਰਟੀਆਂ ਤੋਂ ਕਿਸਾਨਾਂ ਨੂੰ ਬਚਣਾ ਚਾਹੀਦਾ, ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ, ਖਾਸ ਕਰਕੇ ਬਾਦਲ ਦਲੀਆਂ ਤੋਂ ਤਾਂ ਬਚਣਾ ਹੀ ਚਾਹੀਦਾ। ਇਹਨਾਂ ਦਾ ਡਰਾਮਾ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫਤੇ ਦੇ ਵਿੱਚ 2 ਦਿਨ ਲਾਈਵ। ਅਸੀਂ ਲੈ ਕੇ ਆਉਂਦੇ ਹਾਂ ਵੱਖੋ-ਵੱਖ ਅਖਬਾਰਾਂ ਦੀਆਂ ਸੁਰਖੀਆਂ, ਅਹਿਮ ਖਬਰਾਂ, ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ। ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹੁੰਦੇ ਹੋ ਸਾਡੇ ਨਾਲ ਸ਼ਾਮਿਲ, ਜਿਸ ਦੇ ਲਈ ਅਸੀਂ 2 ਨੰਬਰ ਰੱਖੇ ਹੋਏ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਡਾਇਰੈਕਟ ਸਟੂਡੀਓ ਦੇ ਵਿੱਚ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਤੇ ਖਬਰ ਸੰਬੰਧੀ ਆਪਣਾ ਪੱਖ ਹੈ ਜਿਹੜਾ ਉਹ ਸਿੱਧਮ ਸਿੱਧਾ ਰੱਖ ਸਕਦੇ ਹੋ। ਸੋ ਅੱਜ ਦੀਆਂ ਖਬਰਾਂ ਬਹੁਤ ਜ਼ਿਆਦਾ ਅਹਿਮ ਰਹਿਣ ਵਾਲੀਆਂ ਨੇ। ਇਸ ਲਈ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦੇਵਾਂ ਕਿ ਸਾਡਾ ਇਹ ਪ੍ਰੋਗਰਾਮ ਫੇਸਬੁੱਕ ਤੇ YouTube ਤੇ ਲਗਾਤਾਰ ਲਾਈਵ ਜਾ ਰਿਹਾ। ਗਲੋਬਲ ਪੰਜਾਬ ਸਰਚ ਕਰਕੇ ਤੁਸੀਂ ਫੇਸਬੁੱਕ ਤੇ YouTube ਦੋਵਾਂ ਤੇ ਵੇਖ ਸਕਦੇ ਹੋ ਤੇ ਨਾਲ ਟੈਲੀਵਿਜ਼ਨ ਤੇ ਵੀ ਕਾਸਟ ਹੋ ਰਿਹਾ, ਚੈਨਲ ਪੰਜਾਬੀ ਔਰ ਗਲੋਬਲ ਪੰਜਾਬ TV ਤੇ। ਸੋ ਹੁਣ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਰਹਿਣ ਵਾਲੇ ਜਸਪਾਲ ਸਿੰਘ ਢਿੱਲੋਂ ਦਾ ਸਵਾਗਤ ਕਰਾਂਗੇ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਤੇ ਦਰਸ਼ਕਾਂ ਨੂੰ ਵੈਸੇ ਮੈਂ ਦੱਸਦੀ ਹੁੰਦੀ ਹਾਂ ਕਿ ਇਹ ਸਾਡੇ ਸੀਨੀਅਰ ਪੱਤਰਕਾਰ ਤੇ ਬਿਊਰੋ ਚੀਫ ਨੇ। ਹਰ ਖਬਰ ਨੂੰ ਬੜੇ ਵਧੀਆ ਸਲੀਕੇ ਦੇ ਨਾਲ ਤੁਹਾਡੇ ਸਨਮੁਖ ਰੱਖਦੇ ਨੇ, ਚੰਗੀ ਤਰ੍ਹਾਂ ਖਬਰ ਤੇ ਨਜ਼ਰ ਰੱਖਦੇ ਨੇ। ਕਿਹੜੀ ਗੱਲ ਕਦੋਂ ਹੋਣ ਵਾਲੀ ਹੁੰਦੀ ਹੈ ਉਸ ਗੱਲ ਦੀ ਭਾਵ ਸਾਨੂੰ ਪਹਿਲਾਂ ਹੀ ਦੇ ਜਾਂਦੇ ਹੁੰਦੇ ਨੇ। ਇਸੇ ਲਈ ਅਸੀਂ ਐਡਵਾਂਸ ਦੇ ਵਿੱਚ ਹੀ ਤਿਆਰ ਰਹਿੰਦੇ ਹਾਂ ਉਹਨਾਂ ਗੱਲਾਂ ਦੇ ਨਤੀਜਿਆਂ ਨੂੰ। ਸੋ ਅੱਜ ਦੀਆਂ ਖਬਰਾਂ ਬਹੁਤ ਜ਼ਿਆਦਾ ਅਹਿਮ ਰਹਿਣ ਵਾਲੀਆਂ ਨੇ, ਇਸ ਲਈ ਧਿਆਨ ਦੇ ਨਾਲ ਸੁਣਨਾ, ਟੈਲੀਵਿਜ਼ਨ ਦੀ ਆਵਾਜ਼ ਘੱਟ ਕਰਨੀ ਹੈ ਤੇ ਨੰਬਰ ਡਾਇਲ ਕਰਨਾ, ਸਾਡੇ ਨਾਲ ਆਪਣਾ ਰਾਬਤਾ ਬਣਾਉਣਾ ਜੀ। ਅੱਜ ਦੀ ਸਭ ਤੋਂ ਪਹਿਲੀ ਖਬਰ ਇਹ ਹੈ ਕਿ ਬੀਤੇ ਕਈ ਮਹੀਨਿਆਂ ਤੋਂ
ਖੇਤੀ ਬਿੱਲਾਂ ਦਾ ਮਾਮਲਾ ਬਹੁਤ ਜ਼ਿਆਦਾ ਭਖਿਆ ਹੋਇਆ ਸੀ। ਉਸ ਤੋਂ ਬਾਅਦ ਇਹ ਬਿੱਲ ਪਾਸ ਹੋਏ, ਫਿਰ ਇਹ ਬਿੱਲ ਰਾਸ਼ਟਰਪਤੀ ਕੋਲ ਗਏ ਤੇ ਉੱਥੇ ਵੀ ਵੱਡੇ ਵੱਡੇ ਬਿਆਨ ਸੁਖਬੀਰ ਸਿੰਘ ਬਾਦਲ ਦੇ ਆਏ ਕਿ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ ਜੀ ਕਿ ਤੁਸੀਂ ਇਹਨਾਂ ਤੇ ਸਾਈਨ ਨਹੀਂ ਕਰਨਾ, ਇਹ ਐਫਓ ਹੈ। ਸਭ ਕੁਝ ਹੋਣ ਦੇ ਬਾਵਜੂਦ ਵੀ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਤੇ ਰਾਸ਼ਟਰਪਤੀ ਦੇ ਸਾਈਨ ਤੋਂ ਮਗਰੋਂ, ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਮਗਰੋਂ ਇਹ ਧਰਨੇ ਪ੍ਰਦਰਸ਼ਨ ਹੋਰ ਤੇਜ਼ ਹੋਣ ਦੀ ਸੰਭਾਵਨਾ ਵੀ ਹੈ। ਪਹਿਲਾਂ ਇੱਕ ਥਾਂ ਤੇ ਬੈਠ ਕੇ ਧਰਨੇ ਪ੍ਰਦਰਸ਼ਨ ਹੋ ਰਹੇ ਸੀ, ਹੁਣ ਰੈਲੀਆਂ ਦੇ ਰੂਪ ਦੇ ਵਿੱਚ ਵੀ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ। ਸੋ ਢਿੱਲੋਂ ਸਾਹਿਬ, ਪਹਿਲਾਂ ਇਹ ਸੀਗਾ, ਵੈਸੇ ਸਭ ਨੂੰ ਪਤਾ ਹੀ ਸੀਗਾ ਕਿ ਜਦੋਂ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਤੇ ਹੁਣ ਤਾਂ ਸਿਰਫ ਰਾਸ਼ਟਰਪਤੀ ਦਾ ਇੱਕ ਨਾਮਦੇਹੀ ਹਸਤਾਖਰ ਚਾਹੀਦੇ ਨੇ ਕਿ ਉਸ ਤੋਂ ਬਾਅਦ ਸਭ ਕੁਝ ਹੋ ਹੀ ਜਾਣਾ ਹੈ ਨਾ। ਤਾਂ ਹੁਣ ਹਲੇ ਵੀ ਸਾਡੇ ਜਿਹੜੇ ਕਿਸਾਨ ਨੇ ਧਰਨਾ ਤੇ ਬੈਠੇ ਹੋਏ ਨੇ ਤੇ ਉਹਨਾਂ ਵੱਲੋਂ ਇੱਕ ਵੱਡੇ ਸੰਘਰਸ਼ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਤਾਂ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਇੱਕ ਵਾਰੀ ਸੋਚੂਗੀ? ਦੇਖੋ, ਇਸ ਵੇਲੇ ਜਿਹੜੇ ਇਹ 3 ਆਰਡੀਨੈਂਸਾਂ ਨੂੰ ਬਿੱਲਾਂ ਦੇ ਰੂਪ ਦੇ ਵਿੱਚ ਲਿਆਂਦਾ ਗਿਆ, ਪਾਸ ਕਰਵਾ ਲਿਆ ਗਿਆ, ਉਹਨਾਂ ਨੂੰ ਮਨਜ਼ੂਰੀ ਵਾਸਤੇ ਰਾਸ਼ਟਰਪਤੀ ਕੋਲੇ ਭੇਜ ਦਿੱਤਾ ਗਿਆ। ਰਾਸ਼ਟਰਪਤੀ ਸਾਹਿਬ ਕੋਲੇ ਅਧਿਕਾਰ ਹੈਗੇ ਨੇ ਕਿ ਉਹ ਇਹਨਾਂ ਬਿੱਲਾਂ ਨੂੰ ਵਾਪਸ ਕਰ ਸਕਦੇ ਸੀ ਜੀ, ਮੁੜ ਵਿਚਾਰ ਵਾਸਤੇ। ਸਾਰਿਆਂ ਨੂੰ ਪਤਾ ਕਿ ਜਿਹੜਾ ਰਾਸ਼ਟਰਪਤੀ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਵੱਲੋਂ ਚੁਣਿਆ ਹੋਇਆ ਇੱਕ ਨੁਮਾਇੰਦਾ ਹੈ। ਉਹਨਾਂ ਨੂੰ ਇਸ ਅਹੁਦੇ ਤੇ ਬਿਠਾਉਣ ਵਾਲੀ ਭਾਰਤੀ ਜਨਤਾ ਪਾਰਟੀ ਹੈ। ਉਹ ਆਪਣੇ ਅਕਾਮਾਂ ਦੇ ਖਿਲਾਫ ਕਿਵੇਂ ਜਾ ਸਕਦੇ ਨੇ? ਉਹਨਾਂ ਨੇ ਕੱਲ੍ਹ ਇਹਨਾਂ ਬਿੱਲਾਂ ਦੇ ਉੱਤੇ ਹਸਤਾਖਰ ਕਰਤੇ ਹੈ। ਹੁਣ ਇਹ ਕਾਨੂੰਨ ਦਾ ਰੂਪ ਧਾਰਨ ਕਰ ਗਏ ਨੇ। ਇੱਕ ਪਾਸੇ ਪੰਜਾਬ, ਹਰਿਆਣਾ, ਯੂਪੀ ਦਾ ਕੁਝ ਹਿੱਸਾ, ਰਾਜਸਥਾਨ ਤੇ ਕਈ ਹੋਰਨਾਂ ਰਾਜਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਲਗਾਤਾਰ ਜ਼ਬਰਦਸਤ ਵਿਰੋਧ ਕਰ ਰਹੀਆਂ ਨੇ। ਕਿਸਾਨਾਂ ਦਾ ਇਹ ਵਿਰੋਧ ਠੱਲਣ ਲਈ ਭਾਰਤੀ ਜਨਤਾ ਪਾਰਟੀ ਨੇ ਪੈਰ ਪੈਰ ਤੇ ਨਵੇਂ ਪੈਂਤੜੇ ਖੇਲਣੇ ਸ਼ੁਰੂ ਕੀਤੇ ਨੇ। ਅੱਜ ਤੱਕ ਨਹੀਂ ਹੋਇਆ ਕਿ ਕਿਸੇ ਫਸਲ ਨੂੰ ਬੀਜਣ ਤੋਂ ਪਹਿਲਾਂ ਅਗਲੀਆਂ ਫਸਲਾਂ ਦੇ ਭਾਅ ਐਲਾਨ ਦਿੱਤੇ ਜਾਣ। ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਲੱਗਿਆ ਕਿ ਇਸ ਤਰੀਕੇ ਨਾਲ ਸ਼ਾਇਦ ਕਿਸਾਨ ਜਿਹੜੇ ਆ ਉਹ ਇਸ ਪਾਸੇ ਵੱਲ ਬਦਲ ਜਾਣ ਕਿ ਨਵੀਆਂ ਭਾਅ ਐਲਾਨ ਦਿੱਤੇ ਗਏ ਨੇ, ਸ਼ਾਇਦ ਉਹ ਸੰਘਰਸ਼ ਦਾ ਮੱਠਾ ਪਾ ਲੈਣ। ਦੂਜਾ, ਝੋਨੇ ਦੀ ਸਰਕਾਰੀ ਖਰੀਦ ਜਿਹੜੀ ਆਮ ਤੌਰ ਤੇ ਹੁਣ ਤੱਕ 1 ਅਕਤੂਬਰ ਤੋਂ ਹੁੰਦੀ ਹੈ, ਉਹਨੂੰ ਪਹਿਲਾਂ ਕਰਾਉਣ ਦਾ ਯਤਨ ਕੀਤਾ ਤਾਂ ਜੋ ਫਸਲਾਂ ਮੰਡੀਆਂ ਵਿੱਚ ਆ ਜਾਣ। ਮੰਡੀਆਂ ਵਿੱਚ ਆਈ ਫਸਲ ਕਾਰਨ ਕਿਸਾਨ ਇਸ ਟਕਰਾਅ ਦੀ ਨੀਤੀ, ਸੰਘਰਸ਼ ਦੀ ਨੀਤੀ ਛੱਡ ਕੇ ਆਪਣੇ ਖੇਤਾਂ ਵੱਲ ਵੀ ਹੀਰਾ ਕੱਤ ਦੇਣ, ਕਿਉਂਕਿ 6 ਮਹੀਨੇ ਬਾਅਦ ਇਹ ਫਸਲ ਆਉਂਦੀ ਹੈ। ਉਸ ਫਸਲ ਨੂੰ ਸਾਂਭਣ ਵਾਸਤੇ ਕਿਸਾਨ ਖੇਤਾਂ ਵਿੱਚ ਜਾਵੇਗਾ। ਪਰ ਕਿਸਾਨਾਂ ਨੇ ਇਸ ਵੇਲੇ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਅੱਜ ਜਦੋਂ ਇਹ 3 ਬਿੱਲ ਜਿਹੜੇ ਨੇ ਉਹ ਮਨਜ਼ੂਰ ਹੋਣ ਤੋਂ ਬਾਅਦ ਕਾਨੂੰਨ ਬਣ ਗਏ ਨੇ, ਹੁਣ ਇਹ ਕਾਨੂੰਨ ਦੇਸ਼ ਵਿੱਚ ਲਾਗੂ ਹੋ ਗਿਆ। ਕਿਸਾਨਾਂ ਦਾ ਸੰਘਰਸ਼, ਰਾਜਸੀ ਪਾਰਟੀਆਂ, ਖਾਸ ਕਰ ਪੰਜਾਬ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਹੁਣ ਬਾਹਰ ਆ ਗਿਆ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਸੰਘਰਸ਼ ਕਰਾਂਗੇ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਤੋੜ ਵਿਛੋੜਾ ਕਰ ਲਿਆ। ਪਰਸੋਂ ਸ਼ਾਮ ਨੂੰ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਸੱਦੀ ਗਈ, ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ। ਬਹੁਤ ਹੀ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਾਲ ਦੀ ਘੜੀ ਇਹ ਗੱਠਜੋੜ ਤੋੜਨ ਲਈ ਤਿਆਰ ਨਹੀਂ ਸਨ। ਲੇਕਿਨ ਕੋਰ ਕਮੇਟੀ ਦੇ ਕਈ ਸੀਨੀਅਰ ਮੈਂਬਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਹਾਲਾਂਕਿ ਨਾਂ ਵੀ ਪਤਾ ਨਹੀਂ, ਉਹਨਾਂ ਨੇ ਪ੍ਰਧਾਨ ਜੀ ਨੂੰ ਵਾਸਤਾ ਪਾਇਆ ਕਿ ਅੱਜ ਜਿਸ ਸਥਿਤੀ ਦੇ ਵਿੱਚ ਅਸੀਂ ਖੜ੍ਹ ਗਏ ਹਾਂ ਆ ਕੇ, ਠੀਕ ਹੈ, ਇੱਕ ਪਾਸੇ ਜਿਹੜੇ ਸਾਡੇ ਭਾਈਵਾਲ ਨੇ ਉਹ ਸਾਡੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਅਸੀਂ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ, ਜਿੱਥੇ ਕਿਸਾਨਾਂ ਦੀ ਬਹੁਤ ਤਾਕਤ ਹੈ, ਕਿਸਾਨਾਂ ਦੀਆਂ ਮੰਗਾਂ ਨਜ਼ਰਅੰਦਾਜ਼ ਕਰਕੇ ਇਹਨਾਂ ਬਿੱਲਾਂ ਨੂੰ ਲਿਆਂਦਾ ਗਿਆ ਹੈਗਾ। ਇੱਕ ਪਾਸੇ ਕਰੋਨਾ ਦੀ ਬੜੀ ਵੱਡੀ ਮਾਰ ਪੈ ਰਹੀ ਹੈ, ਦੂਜੇ ਪਾਸੇ ਕੇਂਦਰ ਸਰਕਾਰ ਨੇ ਮਤਲਬ ਕਿਸਾਨਾਂ ਦੀ ਸੰਘੀ ਘੁੱਟਣ ਵਾਸਤੇ ਜਿਹੜੇ ਇਹ ਬਿੱਲ ਲਿਆਂਦੇ ਨੇ, ਇਹਨਾਂ ਦੇ ਬਾਰੇ ਅਜੇ ਤੱਕ ਕੇਂਦਰ ਦਾ ਨਾ ਤਾਂ ਖੇਤੀ ਮੰਤਰੀ ਨਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਕਿ ਇਹ ਬਿੱਲਾਂ ਦਾ ਆਫਟਰ ਆਲ ਤੁਹਾਨੂੰ ਫਾਇਦਾ ਕੀ ਹੋਣਾ ਹੈ।
ਕਿਸਾਨ ਜਥੇਬੰਦੀਆਂ ਦੇ ਨਾਲ ਕੋਈ ਗੱਲ ਨਹੀਂ ਕੀਤੀ ਗਈ। ਇਹਨਾਂ ਨੂੰ ਤਿਆਰ ਕਰਨ ਵੇਲੇ ਵੀ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲ ਨਹੀਂ ਕੀਤੀ ਗਈ। ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਉੱਚੀਆਂ ਹੇਕਾਂ ਦੇ ਵਿੱਚ ਇਹਨਾਂ ਦੀ ਪ੍ਰੋੜਤਾ ਕੀਤੀ, ਇਹਨਾਂ ਦੇ ਹੱਕ ਦੇ ਵਿੱਚ ਖੜੇ। ਹੁਣ ਆਪਦਾ ਯੂ ਟਰਨ ਮਾਰ ਕੇ ਜਦੋਂ ਦੇਖਿਆ 96 ਸਾਲ ਦੇ ਬਾਪੂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਹਾਇਆ ਗਿਆ ਕਿ ਇਹ ਖੇਤੀ ਬਿੱਲ ਬਹੁਤ ਵਧੀਆ ਨੇ, ਜਦ ਕਿ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਇਸ ਦਾ ਵਿਰੋਧ ਕਰ ਰਹੀਆਂ ਨੇ। ਕਿਸਾਨ ਜਥੇਬੰਦੀਆਂ ਦੇ ਨਾਲ ਖੜੀਆਂ ਨੇ, ਕਿਸਾਨ ਜਥੇਬੰਦੀਆਂ ਦੀ ਹਮਾਇਤ 'ਚ ਨੇ। ਪੰਜਾਬ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ, ਭਾਵੇਂ ਉਹ ਮੁਲਾਜ਼ਮ ਹੈ, ਵਪਾਰੀ ਹੈ ਜਾਂ ਕੋਈ ਹੋਰ ਹੈ, ਉਹ ਸਾਰੀਆਂ ਦੀਆਂ ਸਾਰੀਆਂ ਇਸ ਵੇਲੇ ਕਿਸਾਨਾਂ ਦੇ ਹੱਕ 'ਚ ਡਟੀਆਂ ਹੋਈਆਂ ਨੇ। ਪਰ ਇਹਦੇ ਬਾਵਜੂਦ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਜਦੋਂ ਸਾਰੇ ਕਾਰੋਬਾਰ ਠੱਪ ਪਏ ਨੇ, ਉਸ ਵੇਲੇ ਡਟ ਕੇ ਇਹਨਾਂ ਅਮੀਰ ਘਰਾਣਿਆਂ ਦੇ ਨਾਲ ਖੜ ਕੇ, ਕਾਰਪੋਰੇਟ ਘਰਾਣਿਆਂ ਦੇ ਨਾਲ ਖੜ ਕੇ ਕਿਸਾਨਾਂ ਦੇ ਉਲਟ ਜਾ ਰਿਹਾ ਹੈ। ਕਿਸਾਨ ਇਸ ਵੇਲੇ ਆਪਣੀ ਜ਼ਿੰਦਗੀ ਮੌਤ ਦੀ ਆਰ-ਪਾਰ ਦੀ ਲੜਾਈ ਲੜ ਰਹੇ ਨੇ। ਸਾਰੀਆਂ ਜਥੇਬੰਦੀਆਂ 31 ਦੀਆਂ 31 ਜਥੇਬੰਦੀਆਂ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਨੇ, ਉਹ ਸਾਰੀਆਂ ਇਸ ਵੇਲੇ ਇੱਕ ਮੰਚ ਤੇ ਇੱਕੋ ਆਵਾਜ਼ 'ਚ ਗੱਲ ਕਰ ਰਹੀਆਂ ਨੇ ਕਿ ਜਿਹੜੇ ਇਹ ਖੇਤੀ ਆਰਡੀਨੈਂਸਾਂ ਨੂੰ ਬਿੱਲ ਬਣਾ ਕੇ ਲੋਕ ਸਭਾ ਤੇ ਰਾਜ ਸਭਾ ਤੋਂ ਜਿਸ ਢੰਗ ਨਾਲ ਪਾਸ ਕਰਾਇਆ ਗਿਆ, ਇਹ ਕਿਸਾਨਾਂ ਦੀ ਮੌਤ ਦੇ ਵਾਰੰਟ ਨੇ। ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸਾਨ ਜਿਹਦੇ ਕੋਲੇ ਆਪਣੀ ਜ਼ਮੀਨ ਹੈ, ਉਹਦੇ ਕੋਲੇ ਕੰਟਰੈਕਟ ਫਾਰਮਿੰਗ ਦੇ ਤਹਿਤ ਆਪਣੀ ਜ਼ਮੀਨ ਵੀ ਨਹੀਂ ਬਚੇਗੀ, ਉਹਦੇ ਤੇ ਕਾਬਜ਼ ਹੋਰ ਲੋਕ ਆ ਕੇ ਬਹਿ ਜਾਣਗੇ। ਪਰ ਕਿਸੇ ਨੇ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਿਆ। ਕਿਸੇ ਵੀ ਮੰਤਰੀ ਨੇ, ਅਧਿਕਾਰੀ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕਰਨਾ ਵੀ ਮੁਨਾਸਬ ਨਾ ਸਮਝਿਆ, ਸਗੋਂ ਆਪਣੀ ਧੱਕੇਸ਼ਾਹੀ ਦੇ ਨਾਲ ਇਹਨਾਂ ਬਿੱਲਾਂ ਨੂੰ ਪਾਸ ਕਰਵਾ ਲਿਆ ਗਿਆ। ਹੁਣ ਰਾਸ਼ਟਰਪਤੀ ਸਾਹਿਬ ਨੇ ਇਹ ਤੇ ਮੋਹਰ ਲਾ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੁਝ ਆਗੂਆਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਸਾਹਿਬ ਨੂੰ ਮਿਲ ਕੇ ਆਏ ਸੀ ਤੇ ਬਾਹਰ ਆ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਕਹਿਤਾ ਕਿ ਤੁਸੀਂ ਹਸਤਾਖਰ ਨਾ ਕਰਿਓ। ਇਹਦਾ ਮਤਲਬ ਇਹ ਜਿੰਨੀਆਂ ਸਿਆਸੀ ਪਾਰਟੀਆਂ ਸੀ ਉਹ ਸਿਰਫ ਆਪਦਾ ਮਾਸ ਬਚਾਉਣ ਵਾਸਤੇ ਇਸ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀਆਂ ਸਨ। ਜਦੋਂ ਉਹਨਾਂ ਦੇ ਭਾਈਵਾਲਾਂ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਦੋ ਐਮਪੀਆਂ ਵਾਲੀ ਪਾਰਟੀ ਦੀ ਗੱਲ ਰਾਸ਼ਟਰਪਤੀ ਕਿਵੇਂ ਸੁਣੇਗਾ? ਰਾਸ਼ਟਰਪਤੀ ਨੇ ਉਹਨਾਂ ਦੀ ਗੱਲ ਸੁਣੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੱਕ ਬਿਠਾਇਆ ਹੈ। ਹਾਲਾਂਕਿ ਉਹਨਾਂ ਕੋਲ ਅਧਿਕਾਰ ਸੀ, ਉਹ ਵਾਪਸ ਭੇਜ ਸਕਦੇ ਸੀ, ਲੇਕਿਨ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਕਾਨੂੰਨ ਪਾਸ ਹੋ ਗਏ ਨੇ, ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਲੜਾਈ ਲੜ ਰਹੀਆਂ ਨੇ, ਉਹ ਆਪਣੀ ਲੜਾਈ ਨੂੰ ਕਿਸ ਹੱਦ ਤੱਕ ਲੜਨਗੀਆਂ। ਇਹਨਾਂ ਬਿੱਲਾਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿ ਦਿੱਤਾ ਹੈ ਕਿ ਇਹ ਮੰਦਭਾਗਾ ਹੋਇਆ, ਕਿਸਾਨਾਂ ਦੇ ਨਾਲ ਬਹੁਤ ਮਾੜੀ ਗੱਲ ਹੋਈ ਹੈ। ਕਿਸਾਨਾਂ ਦੇ ਜਿਹੜੇ ਕਿਸਾਨ ਇਸ ਵੇਲੇ ਇਸ ਠੂਠਾ ਫੜ ਕੇ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਣ ਵਾਲੇ ਭਾਰਤ ਨੂੰ ਆਤਮ ਨਿਰਭਰ ਬਣਾਇਆ ਸੀ, ਅੱਜ ਉਹਨਾਂ ਦਾ ਮੁੱਲ ਨਹੀਂ ਪਾਇਆ, ਸਗੋਂ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ, ਉਹਨਾਂ ਦੀ ਕੀਤੀ ਹੋਈ ਮਿਹਨਤ ਨੂੰ ਘੱਟੇ ਕੌਡੀਆਂ ਰੋਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਇਹ ਖੇਤੀ ਦਾ ਸਾਰਾ ਧੰਦਾ ਫੜਾਉਣ ਦਾ ਯਤਨ ਕੀਤਾ। ਹੁਣ ਤੱਕ ਦਾ ਇਤਿਹਾਸ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਇਹ ਰਿਹਾ ਕਿ ਉਸ ਨੇ ਆਮ ਲੋਕਾਂ ਨੂੰ ਛੱਡ ਕੇ ਹਰ ਮਾਮਲੇ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ। ਰੌਲਾ ਭਾਵੇਂ ਜਿੰਨਾ ਮਰਜ਼ੀ ਪਾਇਆ ਜਾ ਰਿਹਾ ਹੋਵੇ, ਪਰ ਅਜੇ ਤੱਕ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਹ ਬਿੱਲ ਆ ਗਏ ਨੇ, ਜਦੋਂ ਤੱਕ ਇਹਨਾਂ ਬਿੱਲਾਂ ਵਿੱਚ ਕੋਈ ਸੋਧ ਨਹੀਂ ਹੁੰਦੀ। ਸੋਧ ਦਾ ਤਰੀਕਾ ਇਹ ਹੈ ਕਿ ਇੱਕ ਚੌਥਾ ਬਿੱਲ ਲਿਆ ਕੇ ਕਿਸਾਨਾਂ ਨੂੰ ਇਹ ਵਿਸ਼ਵਾਸ ਦੇ ਦਿੱਤਾ ਜਾਵੇ ਕਿ ਜਿਹੜੀ ਫਸਲਾਂ ਨੇ ਉਹ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ਤੇ ਨਹੀਂ ਖਰੀਦੀਆਂ ਜਾਣਗੀਆਂ। ਕੱਲ ਤੁਹਾਨੂੰ ਯਾਦ ਹੋਣਾ ਕਿ ਭਾਜਪਾ ਆਗੂ ਮਦਨ ਮੋਹਨ ਮਿੱਤਲ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਨ। ਉਹਨਾਂ ਨੇ ਕਿਹਾ ਸੀ ਕਿ ਕਿਸਾਨੀ ਵਿਰੋਧੀ ਇਹਦੇ ਵਿੱਚ ਕੱਖ ਵੀ ਨਹੀਂ, ਜਿਨ੍ਹਾਂ ਗੱਲਾਂ ਦੇ ਵਿੱਚ ਕਿਸਾਨਾਂ ਨੂੰ ਖਦਸ਼ਾ ਹੈ ਅਸੀਂ ਅੱਗੇ ਲੱਗਦੇ ਹਾਂ, ਅਸੀਂ ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਕੋਲੇ ਲੈ ਕੇ ਜਾਂਦੇ ਹਾਂ, ਉਹਨਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਮਰਥਨ ਮੁੱਲ ਤੋਂ ਘੱਟ ਤੇ ਨਹੀਂ ਵਿਕੇਗਾ। ਮਿੱਤਲ ਸਾਹਿਬ ਦੇ ਭਰੋਸੇ ਦਾ ਵਿਸ਼ਵਾਸ ਕੌਣ ਕਰੇਗਾ? ਇਸ ਵੇਲੇ ਮੈਂ ਕੱਲ ਵੀ ਕਿਹਾ ਸੀ ਕਿ ਮੱਕੀ ਦਾ ਭਾਅ 1850 ਰੁਪਇਆ ਪ੍ਰਤੀ ਕੁਇੰਟਲ ਹੈ ਤੇ ਵਿਕ ਕਿੰਨੀ ਰਹੀ ਹੈ? 600 ਤੋਂ ਲੈ ਕੇ 900 ਤੱਕ।
ਜੇ ਮੱਕੀ ਨਹੀਂ ਵਿਕ ਰਹੀ, ਹੋਰਨਾਂ ਫਸਲਾਂ ਦਾ ਵੀ ਸਮਰਥਨ ਮੁੱਲ ਹੈਗਾ, ਉਹ ਸਮਰਥਨ ਮੁੱਲ ਤੇ ਨਹੀਂ ਵਿਕ ਰਹੀਆਂ, ਤਾਂ ਕਿਸਾਨ ਕਿਵੇਂ ਵਿਸ਼ਵਾਸ ਕਰ ਰਹੇ ਇਹਨਾਂ ਤੇ? ਲੇਕਿਨ ਜੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਪ੍ਰਤੀ ਸੁਹਿਰਦ ਹੈ ਤਾਂ ਉਸ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਔਰ ਚੌਥਾ ਬਿੱਲ ਲਿਆ ਕੇ ਕਾਨੂੰਨ ਦੇ ਰੂਪ ਦੇ ਵਿੱਚ ਪਾਸ ਕਰ ਦੇਣਾ ਚਾਹੀਦਾ ਕਿ ਜਿਹੜਾ ਕੋਈ ਵਿਅਕਤੀ ਘੱਟੋ ਘੱਟ ਸਮਰਥਨ ਮੁੱਲਾਂ ਤੋਂ ਹੇਠਲੇ ਭਾਅ 'ਤੇ ਖਰੀਦੇਗਾ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜੀ ਬਿਲਕੁਲ। ਤੇ ਇਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਮਦਨ ਮੋਹਨ ਮਿੱਤਲ ਦੀ ਕਿ ਕੱਲ ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ, ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਮਦਨ ਮੋਹਨ ਮਿੱਤਲ ਨੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਗੱਠਜੋੜ ਤੋੜ ਦਿੱਤਾ ਹੈ। ਅਸੀਂ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ ਤੇ ਟੈਲੀਵਿਜ਼ਨ ਦੀਆਂ ਸੁਰਖੀਆਂ ਦੇ ਵਿੱਚ ਹੀ ਵੇਖਿਆ। ਤਾਂ ਉਸ ਤੋਂ ਬਾਅਦ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਮਦਨ ਮੋਹਨ ਮਿੱਤਲ ਨੇ ਸਾਫ਼-ਸਾਫ਼ ਇੱਕ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗੱਠਜੋੜ ਤੋੜ ਕੇ ਬਹੁਤ ਹੀ ਬਚਕਾਨਾ ਹਰਕਤ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਲੀਡਰ ਬੀਜੇਪੀ ਦੇ ਵਿੱਚ ਰਲਣ ਦੇ ਲਈ ਤਿਆਰ ਬੈਠੇ ਨੇ। ਸੋ 2022 ਦੀਆਂ ਚੋਣਾਂ ਨੇੜੇ ਨੇ ਤੇ ਹੁਣ ਵੇਖਦੇ ਆ ਕਿ ਆਖਿਰਕਾਰ ਉਹਦੇ ਲਈ ਕੀ ਰਣਨੀਤੀ ਤਿਆਰ ਹੁੰਦੀ ਹੈ, ਕਿਹੜਾ ਮੈਦਾਨ ਦੇ ਵਿੱਚ ਉਤਰਦਾ, ਕਿਹੜਾ ਹੁਣ ਜਿਹੜੀ ਪਾਰਟੀ ਹੈ ਉਹ ਬੀਜੇਪੀ ਦੇ ਨਾਲ ਆਪਣਾ ਗੱਠਜੋੜ ਬਣਾਏਗੀ, ਕਿਉਂਕਿ ਗੱਠਜੋੜ ਤਾਂ ਕੋਈ ਨਾ ਕੋਈ ਜ਼ਰੂਰ ਬਣਾਏਗੀ, ਕਿਉਂਕਿ ਤਾਂ ਪਹਿਲਾਂ ਹੀ ਕੰਨੂ ਸੂਹਾ ਨੇ ਸਾਨੂੰ ਸਭ ਨੂੰ ਪਤਾ ਹੈ ਕਿ ਕਿਹੜੀਆਂ ਪਾਰਟੀਆਂ ਨੇ ਜਿਹੜੀਆਂ ਉਧਰ ਰੁਖ ਕਰ ਸਕਦੀਆਂ ਨੇ। ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਰਾਮ ਸ਼ਰਮਾ ਬੇਨਤੀ ਕਰ ਲੱਗਾ ਜੀ ਕੈਨੇਡਾ ਤੋਂ। ਜੀ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਦੇਖੋ ਜੀ ਬੀਬਾ, ਗੱਲ ਹੁਣ ਇਹ ਹੈਗੀ ਆ ਕਿ ਇਹ ਆਰ ਪਾਰ ਦੀ ਲੜਾਈ ਹੈ। ਹੁਣ ਜੇ ਕਿਤੇ ਕਿਸਾਨ ਇਸ ਲੜਾਈ ਦੇ ਵਿੱਚ ਵੀ ਧੋਖੇ ਤੇ ਜਾਂ ਵਿਸ਼ਵਾਸ ਦੇ ਵਿੱਚ ਆ ਕੇ ਇਹਨੇ ਆਪਦਾ ਜਿਹੜਾ ਸਟੈਂਡਰਡ ਬਦਲ ਲਿਆ ਤਾਂ ਕਿਸਾਨ ਹੈ ਜਿਹੜਾ ਉਹ ਬਿਲਕੁਲ ਤਬਾਹ ਹੋ ਜਾਊਗਾ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੰਜਾਬ 'ਚੋਂ ਉੱਠ ਕੇ ਇੱਥੇ ਆ ਗਏ। ਜ਼ਮੀਨਾਂ ਦਾ ਮੋਹ ਸਾਨੂੰ ਵੀ ਹੈਗਾ, ਚਾਹੇ ਕਿਸੇ ਕੋਲ 5 ਕਿੱਲੇ ਆ, ਚਾਹੇ 50 ਕਿੱਲੇ ਆ, ਚਾਹੇ 9 ਕਿੱਲੇ ਆ, ਚਾਹੇ 4 ਕਿੱਲੇ ਆ। ਹਾਲਾਤ ਹੁਣ ਇਹ ਆ ਕਿ ਇਹਨਾਂ ਨੂੰ ਇਸ ਮੁੱਦੇ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ। ਮੈਂ ਇੱਕ ਗੱਲ ਨੂੰ ਲਾਈਕ ਨਹੀਂ ਕਰਦਾ, ਉਹ ਇਹ ਕਿ ਤੁਸੀਂ ਜੀ 20 ਬੰਦਿਆਂ ਨਾਲ ਉਸ ਸਟੇਸ਼ਨ ਤੇ ਟ੍ਰੇਨ ਰੋਕ ਲਈ, 10 ਬੰਦਿਆਂ ਨਾਲ ਉੱਥੇ ਰੋਕ ਲਈ, 55 ਬੰਦਿਆਂ ਨਾਲ ਉੱਥੇ ਰੋਕ ਲਈ। ਇਹਨਾਂ ਨੂੰ ਇਕਜੁੱਟ ਹੋ ਕੇ ਇੱਕ ਮੋਰਚਾ ਸਾਰਾ ਪੰਜਾਬ ਬੰਦ ਕਰ ਦੇਣਾ ਚਾਹੇ। ਜੇ ਇੰਨੀ ਜਿੱਤ ਜੇ ਕਿਸਾਨ ਆ ਗਿਆ, ਅਕਸਰ ਮਿਲਟਰੀ ਹੈ, ਮਿਲਟਰੀ ਦੇ ਵਿੱਚ ਵੀ ਜੱਟਾਂ ਦੇ ਮੁੰਡੇ ਆ, ਜੱਟ ਉਹ ਜਿਹੜਾ ਫੌਜੀ ਆ ਉਹਦਾ ਪਿਓ ਦੇ ਕੋਲੇ ਵੀ 4 ਕਿੱਲੇ ਜ਼ਮੀਨ ਦੇ ਹੈਗੇ ਆ। ਇਸ ਕਰਕੇ ਫੌਜ ਆ ਜਿਹੜੀ ਉਹ ਕਿਸਾਨ ਨੂੰ ਖਾਣ ਨਹੀਂ ਲੱਗੀ। ਇਹਨਾਂ ਨੂੰ ਦਿੱਲੀ ਜਾਮ ਕਰ ਦੇਣੀ ਚਾਹੀਦੀ ਆ। ਜਿੰਨਾ ਚਿਰ ਇਹ ਦਿੱਲੀ ਦੇ ਵਿੱਚ ਜਾ ਕੇ ਸੰਘਰਸ਼ ਨਹੀਂ ਕਰਦੇ, ਦਿੱਲੀ ਦੇ ਵਿੱਚ ਉਹਨਾਂ ਦਾ ਨੱਕ ਦੇ ਵਿੱਚ ਦਮ ਨਹੀਂ ਕਰਦੇ, ਉਹਨਾਂ ਚਿਰ ਸਮਝੋ ਵੀ ਆਪਣੇ ਜਿਹੜੀ ਹੈ ਆਪਣੇ ਹੱਥ ਕੁਛ ਨਹੀਂ ਲੱਗਣਾ। ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਰਾਸ਼ਟਰਪਤੀ ਦਾ ਜਿਹੜਾ ਹੈਗਾ ਉਹ ਇਹਨਾਂ ਦੀ ਸਟੈਂਪ ਆ ਜੀ, ਇਹਨਾਂ ਨੇ ਬਣਾਇਆ। ਕੁਆਲੀਫਿਕੇਸ਼ਨ ਕੀ ਹੈ? ਤੁਸੀਂ ਅੱਜ ਤੋਂ 25-30 ਸਾਲ ਪਹਿਲਾਂ ਜਾਓ, ਰਾਸ਼ਟਰਪਤੀ ਦੀ ਕੁਆਲੀਫਿਕੇਸ਼ਨ ਦੇਖੀ ਜਾਂਦੀ ਸੀ, ਇਹਨੂੰ ਅਕਲ ਕਿੰਨੀ ਆ, ਇਹਨੇ ਕੀਤਾ ਕੀ ਹੈ। ਤੇ ਇਹਨਾਂ ਤਾਂ ਚੱਕ ਕੇ ਉਹਨੇ ਇੱਕ ਰਾਜਪਾਲ ਤੋਂ ਚੱਕ ਕੇ ਉਹਨੂੰ ਰਾਸ਼ਟਰਪਤੀ ਬਣਾਤਾ ਜੀ। ਜਿਹੜਾ ਬਿੱਲ ਪਾਸ ਕੀਤਾ ਗਿਆ, ਤੁਸੀਂ ਇਹ ਦੇਖੋ ਕਿ ਉਹ ਇੰਨੇ ਗਲਤ ਤਰੀਕੇ ਨਾਲ ਹੱਥ ਖੜੇ ਕਰਾ ਲਿਆ ਜੀ, ਉਹ ਕਰਾ ਲਿਆ ਜੀ, ਉਹ ਕਰਾ ਲਿਆ ਜੀ। ਇਹਦੇ ਤੇ ਜਿਹੜਾ ਪਾਰਲੀਮੈਂਟ ਦਾ ਪ੍ਰੋਸੈਸ ਸੀ ਨਾ, ਉਹਨੂੰ ਵੀ ਇਹਨਾਂ ਨੇ ਛਿੱਕੇ ਟੰਗਿਆ ਤੇ ਇੱਕ ਜ਼ਬਰਦਸਤੀ ਦਿਖਾਈ ਹੈ। ਇਹ ਬਾਹਲਾ ਚਿਰ ਨਹੀਂ ਚੱਲਣਾ। ਜ਼ਬਰਦਸਤੀ ਦਾ ਟਾਕਰਾ ਜ਼ਬਰਦਸਤੀ ਦੇ ਨਾਲ ਕਰਨ। ਕਾਨੂੰਨ ਜੇ ਉਹ ਨਹੀਂ ਇੱਕ ਪਾਸੇ ਰੱਖਦੇ ਤੇ ਫਿਰ ਕਿਸਾਨ ਵਾਸਤੇ ਵੀ ਜਿਹੜਾ ਕਾਨੂੰਨ ਹੈ ਉਹ ਕੋਈ ਏਡਾ ਲਾਜ਼ਮੀ ਨਹੀਂ। ਇਹ ਦੇਖੇ ਕਿ ਮੈਨੂੰ ਕਿੱਥੇ ਠੀਕ ਲੱਗਦਾ, ਉਸ ਤਰੀਕੇ ਨਾਲ ਸੰਘਰਸ਼ ਚਲਾਉਣਗੇ ਤਾਂ ਕੁਛ ਹੋਊਗਾ। ਤੇ ਮੇਰਾ ਖਿਆਲ 2-3 ਦਿਨ ਜਿਹੜੇ ਸਤੰਬਰ ਦੇ ਵਿੱਚ ਲਾਸਟ ਡੇਟ ਇਹਨਾਂ ਨੇ XY ਨਹਿਰ ਦੀ ਦਿੱਤੀ ਸੀ, ਉਹ ਇਸ ਕਲੇਸ਼ ਦੇ ਮਾਰੇ ਹੁਣ ਮਹੀਨਾ ਉਹਦੇ ਵਾਸਤੇ ਚੁੱਪ ਕਰਨਗੇ ਕਿ ਆਪਾਂ ਇਹਨੂੰ ਠੀਕ ਕਰ ਲਈਏ, ਉਹਦਾ ਫਿਰ ਦੇਖਾਂਗੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਧੰਨਵਾਦ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਨੇ ਜਿਹੜੇ ਉਹਨਾਂ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੈਂ ਦਲਜੀਤ ਬੋਲ ਰਿਹਾ ਜੀ, ਸਿਡਨੀ ਆਸਟ੍ਰੇਲੀਆ ਤੋਂ। ਜੀ ਦਲਜੀਤ ਜੀ, ਸਵਾਗਤ ਹੈ ਜੀ ਤੁਹਾਡਾ। ਇਸ ਤਰ੍ਹਾਂ ਜੀ ਦੇਖੋ, ਆਪਣਾ ਜਿਹੜਾ ਪ੍ਰੈਜ਼ੀਡੈਂਟ ਨੇ ਤਾਂ ਮੋਹਰ ਲਾਤੀ, ਇਹ ਤਾਂ ਬੇਸ਼ਰਮ ਦੀ ਮਾਂ ਦਾ ਕੁੱਜੇ ਜੰਮੂ। ਤੇ ਬਾਕੀ ਇਸ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਅੰਬਾਨੀ, ਅੰਡਾਨੀ
ਤੇ ਦੇਖੋ ਇਹ ਪੰਜਾਬ 'ਚ ਟਿਕਣ ਜਾਂ ਨਾ ਟਿਕਣ, ਬਟ ਸਾਡੇ ਆਪਣੇ ਪਾਲੇ ਹੋਏ ਬਾਦਲ ਪਰਿਵਾਰ ਵਰਗੇ ਕੋਆਪਰੇਟਿਵ ਜਿਹੜੇ ਐਸੋਸੀਏਸ਼ਨ ਪਹਿਲਾਂ ਹੀ ਬੈਠੀਆਂ ਨੇ, ਜਿਨ੍ਹਾਂ ਨੇ ਆਲਰੇਡੀ ਰੇਤਾ ਬਜਰੀ ਕੇਬਲ ਮਾਫੀਆ ਤੇ ਕਬਜ਼ਾ ਕੀਤਾ ਹੋਇਆ ਹੈ ਔਰ ਇਹਨਾਂ ਦੀ ਨਜ਼ਰ ਹੁਣ ਪੰਜਾਬ ਦੀ ਕਿਸਾਨੀ ਤੇ ਵੀ ਸੀ। ਇਹ ਤਾਂ ਇੱਕ ਮਜਬੂਰ ਵਸ ਹੋ ਕੇ ਉਹਨਾਂ ਨੇ ਵੀ ਆਪਣਾ ਜਿਹੜਾ ਸੀਗਾ ਸਪੋਰਟ ਵਾਪਸ ਲੈ ਲਈ। ਇਹ ਵੀ ਨਾ ਕੋਈ ਜ਼ਿਆਦਾ ਲੰਬਾ ਟਾਈਮ ਵਾਪਸ ਲੈਣ ਵਾਲੀ ਗੱਲ ਨਹੀਂ। ਤੁਸੀਂ ਦੇਖਿਓ ਜਿਹੜੇ ਪੰਜਾਬ ਦੇ ਲੋਕੀ ਨੇ ਨਾ ਜੀ, ਇਹ ਬੜੇ ਇਨੋਸੈਂਟ ਨੇ। ਥੋੜੇ ਟਾਈਮ ਬਾਅਦ ਕੋਈ ਨਾ ਕੋਈ ਨਵਾਂ ਮਸਲਾ ਉੱਠਦਾ ਤੇ ਪੁਰਾਣੇ ਨੂੰ ਭੁੱਲ ਜਾਂਦੇ ਨੇ। ਬਰਗਾੜੀ ਦਾ ਮਸਲਾ ਦੇਖ ਲਓ, ਆ ਪਿੱਛੇ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਹਨਾਂ ਦਾ ਮਸਲਾ ਦੇਖ ਲਓ। ਹੁਣ ਉਹ ਸਾਰੇ ਮਸਲੇ ਠੰਡੇ ਬਿਸਤਰੇ 'ਚ ਪੈ ਗਏ। ਹੁਣ ਕਿਸਾਨਾਂ ਵਾਲਾ ਆਹ ਮਸਲਾ ਚੱਲ ਰਿਹਾ ਜੀ, ਤੇ ਇਹਨਾਂ ਨੇ ਇੱਕ ਟੈਂਪਰੇਰੀ ਜੀ ਸਪੋਰਟ ਵਾਪਸ ਲਈ ਹੈ। ਕੁਝ ਨਹੀਂ ਪਤਾ ਜੀ ਆ ਜਿਹੜਾ ਲਾਈਕ ਸੁੱਖਾ ਗੱਪੀ ਹੈ, ਥੋੜਾ ਟਾਈਮ ਪਾ ਕੇ ਫੇਰ ਜਾ ਕੇ ਇਹਨਾਂ ਦੇ ਵਿੱਚ ਜਾਰ ਵਾਲੇ, ਕਿਉਂਕਿ ਉਹਦੀ ਵਾਈਫ ਤਾਂ ਆਲਰੇਡੀ ਉਹਨਾਂ ਨੂੰ ਸਪੋਰਟ ਕਰ ਹੀ ਰਹੀ ਹੈ। ਠੀਕ ਹੈ ਜੀ। ਔਰ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਦੇਖੋ ਜੀ ਇਹ ਇਕੱਲਾ ਕਿਸਾਨਾਂ ਨੂੰ ਨਹੀਂ, ਇਹ ਪੂਰੀ ਜਿਹੜੀ ਇੰਡੀਆ ਦੀ ਕੌਮ ਜਿਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਹੈ ਉਹਨਾਂ ਨੂੰ ਜਾਗਣਾ ਪੈਣਾ ਹੈ। ਪਿੱਛੇ ਜੇ CAA ਦਾ ਜਿਹੜਾ ਮਸਲਾ ਉੱਠਿਆ ਸੀਗਾ, ਫਿਰ ਕਰੋਨਾ ਕਰਕੇ ਉਹ ਲੋਕੀ ਵਿਚਾਰੇ ਬੇਬਸ ਹੋ ਗਏ, ਘਰਾਂ 'ਚ ਵੜ ਗਏ। ਦੇਖੋ ਕਰੋਨਾ ਕਿਸੇ ਨੂੰ ਮਾਰੇ ਨਾ ਮਾਰੇ, ਜੇ ਹੁਣ ਇਹ ਜੇ ਲੋਕੀ ਘਰਾਂ 'ਚ ਬੈਠੇ ਰਹੇ ਨਾ ਜੀ, ਉਹਨਾਂ ਨੂੰ ਮੋਦੀ ਜ਼ਰੂਰ ਮਾਰ। ਸੋ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਪਲੇਟਫਾਰਮ ਤੇ ਇਕੱਠਾ ਹੋਣਾ ਪੈਣਾ ਹੈ ਤੇ ਇਹ ਮੋਦੀ ਦੇ ਜ਼ਬਰ ਜ਼ੁਲਮ ਦੇ ਅਗੇਂਸਟ ਲੜਨਾ ਹੀ ਪੈਣਾ। ਇਹਦਾ ਕੋਈ ਹੋਰ ਹੱਲ ਨਹੀਂ। ਥੈਂਕ ਯੂ ਵੈਰੀ ਮਚ ਐਂਡ ਆਈ ਰੀਅਲੀ ਐਪਰੀਸ਼ੀਏਟ ਯੂਅਰ ਚੈਨਲ। ਜਿਹੜਾ ਬੇਬਾਕ ਹੋ ਕੇ, ਇੱਕ ਨਿਊਟਰਲ ਹੋ ਕੇ, ਲਾਈਕ ਇੱਕ ਆਪਣੇ ਲੋਕਾਂ ਦੇ ਜਿਹੜੇ ਬਾਕੀ ਚੈਨਲ ਇਦਾਂ ਦੇ ਮਸਲੇ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆ ਰਹੇ, ਪਰ ਤੁਸੀਂ ਲੈ ਕੇ ਆ ਰਹੇ ਹੋ। ਸੋ ਥੈਂਕ ਯੂ ਵੈਰੀ ਮਚ ਆਲ ਆਫ ਯੂ। ਥੈਂਕਸ ਅਲੋਟ ਜੀ। ਬਹੁਤ ਬਹੁਤ ਧੰਨਵਾਦ ਦਲਜੀਤ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਵੱਖੋ ਵੱਖ ਗੱਲਾਂ ਤੇ ਆਪਣਾ ਪੱਖ ਰੱਖਿਆ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਤੁਹਾਡਾ ਸਾਹਿਬ ਤੇ ਢਿੱਲੋਂ ਸਾਹਿਬ ਤੇ ਬੀਬੀ ਨਵਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਲਦੇਵ ਸਿੰਘ ਬੋਲ ਰਿਹਾ ਜੀ, ਆਪਣੇ USA ਤੋਂ ਜੀ ਬਲਦੇਵ। ਤੇ ਬੇਨਤੀ ਇਸ ਤਰ੍ਹਾਂ ਜੀ ਕਿ ਹਾਂਜੀ, ਪਹਿਲੀ ਗੱਲ ਤੇ ਹੈ ਜੀ ਵੀ ਜਿਹੜਾ ਆਪਣੇ ਰਾਸ਼ਟਰਪਤੀ ਆਪਾਂ ਗੱਲ ਕਰਦੇ ਹਾਂ, ਰਾਸ਼ਟਰਪਤੀ ਤੇ ਹੈ ਹੁੰਦੀ ਮੋਹਰ ਆ, ਉਹ ਮੋਹਰ ਤੇ ਜਿਹੜੀ ਆ ਮੋਹਰ ਦਾ ਕੰਮ ਹੈ, ਮੋਹਰ ਲੱਗਣਾ ਉਹਨੇ ਤੇ ਉਹਨੇ ਲੱਗਣੀ ਸੀ। ਠੀਕ ਹੈ। ਬਾਕੀ ਗੱਲ ਹੈਗੀ ਆ ਵੀ ਜਿਹੜੀ ਮੋਦੀ ਹੈ ਨਾ, ਮੋਦੀ ਦੇ ਮਨ 'ਚ ਬਾਰੀ ਕਿਤੇ ਮੋਦੀ ਦੇ ਮਨ 'ਚ ਹੰਕਾਰ ਆ ਜਾਂਦਾ ਨਾ, ਉਹ ਹੰਕਾਰ ਫਿਰ ਐਡੇ ਛੇਤੀ ਟੁੱਟਦਾ ਨਹੀਂ ਹੈ, ਕਿਉਂਕਿ ਜੇ ਐਡੀ ਛੁੱਟੀ ਟੁੱਟਣ ਲੱਗੇ ਫਿਰ ਆਪਾਂ ਜਿਹੜਾ ਆਪਾਂ ਰੱਬ ਨਾਲ ਜੁੜਦੇ ਹਾਂ, ਗੁਰੂ ਨਾਲ ਜੁੜਦੇ, ਫਿਰ ਜੋੜਨ ਦੀ ਲੋੜ ਨਹੀਂ ਹੁੰਦੀ। ਸੋ ਇਹ ਆ ਵੀ ਜਦੋਂ ਹੁਣ ਜਿਹੜੇ ਦੋ ਮਸਲੇ ਅੱਗੇ ਆ ਰਹੇ ਜੀ, ਇੱਕ ਤਾਂ ਹੁਣ ਇਲੈਕਸ਼ਨਾਂ ਆ ਰਹੀਆਂ ਬਿਹਾਰ ਦੀਆਂ ਤੇ ਦੂਸਰੀਆਂ ਇਲੈਕਸ਼ਨਾਂ ਆ ਰਹੀਆਂ ਨੇ ਮੱਧ ਪ੍ਰਦੇਸ਼ ਦੀਆਂ, ਜਿਹੜੀਆਂ ਬਾਈ ਇਲੈਕਸ਼ਨਾਂ ਆ ਰਹੀਆਂ ਨੇ। ਜੇ ਇਹਨਾਂ ਦੋਵਾਂ ਦੇ ਵਿੱਚ ਮਤਲਬ ਇਹਦੀ ਫੱਟੀ ਗਈ ਪੋਚੀ ਜਾਂ ਇਹਦਾ ਮਤਲਬ ਇਹਨੂੰ ਚੰਗੀ ਤਰ੍ਹਾਂ ਲੋਕਾਂ ਨੇ ਮਦਦ ਸਿਖਾਇਆ, ਕਿਸਾਨ ਜਿਹੜੇ ਬਿਹਾਰ ਦੇ ਉਹਨਾਂ ਨੇ ਸਾਥ ਦਿੱਤਾ ਮਤਲਬ ਕਿਸਾਨਾਂ ਦਾ, ਫਿਰ ਤਾਂ ਉਹਦਾ ਦਿਮਾਗ ਥੋੜਾ ਜਿਹਾ ਸ਼ਾਇਦ ਭਾਵੇਂ ਮੁੜਾ ਪਵੇ। ਜੇ ਉਹ ਬਿਹਾਰ 'ਚ ਇਲੈਕਸ਼ਨ ਜਿੱਤ ਗਏ ਤੇ ਉੱਥੇ ਬਾਈ ਇਲੈਕਸ਼ਨ ਜਿੱਤ ਗਏ ਦੋਵੇਂ, ਤਾਂ ਫਿਰ ਇਹ ਮਤਲਬ ਉਹਦਾ ਦਿਮਾਗ ਜਿਹੜਾ ਹੋਰ ਤਾਂ ਚੜ੍ਹਨਾ ਆ। ਫਿਰ ਉਸ ਹੰਕਾਰ ਦੇ ਵਿੱਚ ਆਏ ਹੋਏ ਬੰਦੇ ਨੇ ਉਸਨੇ ਜਿਹੜੇ ਹੈਗੇ ਆ, ਇਹਨਾਂ ਵਿੱਚ ਕੋਈ ਸੋਧ ਨਹੀਂ ਕਰਨੀ। ਇਹ ਜਿਹੜੇ ਕਾਨੂੰਨ ਨੇ ਫਿਰ ਇਹ ਲਾਗੂ ਰਹਿਣਗੇ ਜਿੰਨਾ ਚਿਰ ਕੋਈ ਅਗਲੀ ਹੋਰ ਸਰਕਾਰ ਨਹੀਂ ਆਉਂਦੀ। ਇਸ ਕਰਕੇ ਹੁਣ ਤਾਂ ਇਹ ਆ ਵੀ ਜਿਹੜੇ ਜੱਟ ਜਿੰਨੇ ਹੈਗੇ ਆ, ਚਾਹੇ ਉਹ ਜਿਹੜੇ ਮੇਨ ਜੱਟ ਹੈ ਨਾ, ਉਹ ਮਤਲਬ ਹੈਗੇ ਆ ਵੇਖੋ ਜਿਹੜੀਆਂ ਇਹ 4 ਸਟੇਟਾਂ ਹੈਗੀਆਂ ਨਾ, ਮਤਲਬ UP ਹੋਈ ਜਾਂ ਬਿਹਾਰ ਹੋਇਆ, ਮੱਧ ਪ੍ਰਦੇਸ਼ ਹੋਇਆ, ਰਾਜਸਥਾਨ ਹੋਇਆ, ਇਹਦੇ ਜਿਹੜੇ ਕਿਸਾਨ ਨੇ ਜਿਹੜੀ ਇਹਦੀਆਂ ਵੋਟਾਂ ਨੇ ਨਾ, ਇਹ ਵੋਟਾਂ ਜਿਹੜੀਆਂ ਨੇ ਇਹ ਮਤਲਬ ਦਿਮਾਗ ਉਹਦਾ ਠੀਕ ਕਰ ਸਕਦੀਆਂ ਨੇ। ਤੇ ਇਹ ਤਾਂ ਹੁਣ ਚਲੋ ਆਉਣ ਸਮੇਂ 'ਚ ਪਤਾ ਲੱਗੂਗਾ ਵੀ ਜੇ ਤਾਂ ਇੱਥੋਂ ਬਿਹਾਰ 'ਚੋਂ ਸੱਟ ਵੱਜੀ ਜਾਂ ਮੱਧ ਪ੍ਰਦੇਸ਼ ਵੱਜੀ ਤਾਂ ਫਿਰ ਉਹਦਾ ਦਿਮਾਗ ਟਿਕਾਣੇ ਹੋਣਾ, ਨਹੀਂ ਤਾਂ ਫਿਰ ਇਹ ਕਾਨੂੰਨ ਤਾਂ ਹੁਣ ਲਾਗੂ ਹੋ ਜਾਣੇ ਆ। ਉਹ ਤਾਂ ਮਤਲਬ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਇਹੀ ਕਹਿੰਦਾ ਵਾ ਕਿ ਵੀ ਇਹਦੇ ਨਾਲ ਜਿੰਨੀ ਵੀ ਇਹਦੇ ਨਾਲ ਮਤਲਬ ਸਖਤੀ ਕਰਕੇ ਵਰਤੀ ਜਾਏ, ਲੋਕ ਜੱਟ ਜਿਹੜੇ ਸਾਰੇ ਜਾਂ ਕਿਸਾਨ ਸਾਰੇ ਜਿਹੜੀਆਂ ਪਾਰਟੀਆਂ ਹੈਗੀਆਂ ਇਕੱਠੀਆਂ ਹੋ ਕੇ ਇਹਨੂੰ ਪੈਣ ਤਾਂ ਫਿਰ ਕੋਈ ਦਿਮਾਗ ਟਿਕਾਣੇ ਹੋ ਸਕਦਾ। ਇਹਦਾ ਦਿਮਾਗ ਤੇ ਹਾਲੇ ਘਰ 'ਚ ਪੂਰਾ ਫਸਿਆ ਹੋਇਆ ਜੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਬਲਦੇਵ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਢਿੱਲੋਂ ਸਾਹਿਬ, ਮੇਰਾ ਤਾਂ ਇਹ ਵਿਚਾਰ ਆ ਵੀ ਆਰਡੀਨੈਂਸ ਦਾ ਜਿਹੜਾ ਬਿੱਲ ਹੈ ਤਾਂ ਪਾਸ ਤਾਂ ਇਹ ਹੋ ਗਿਆ, ਹੁਣ ਅਸੀਂ ਕੁਛ ਕਰ ਨਹੀਂ ਸਕਦੇ, ਪਰ ਚੀਜ਼ ਜ਼ਰੂਰ ਹੈਗੀ ਆ ਵੀ ਹੁਣ ਸਾਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ। ਉਹ ਇਹ ਲੈਣਾ ਚਾਹੀਦਾ ਕਿ ਇਹਦਾ ਮੋੜਮਾ ਕੋਈ ਬਿੱਲ ਜਿੱਦਾਂ ਤੁਸੀਂ ਕਹਿ ਕੇ ਹਟੇ ਕੋਈ ਇਹੋ ਜਿਹਾ ਪਾਸ ਕਰਾ ਕੇ ਜਿਹਦੇ ਵਿੱਚ ਇਹ ਸ਼ਰਤਾਂ ਲਿਖੀਆਂ ਹੋਣ, ਜਿੱਦਾਂ ਇੱਥੇ ਕੈਨੇਡੀਅਨ ਸਿਸਟਮ ਦੇ ਵਿੱਚ ਵੀ ਅਮਰੀਕਨ ਸਿਸਟਮ 'ਚ ਇਹ ਚੀਜ਼ ਬਣਦੀ ਹੈ ਕਿ ਕੋਈ ਵੀ ਜਿਹੜਾ ਪ੍ਰੋਡਕਟ ਆ ਉਹਦੀ ਕੁਆਲਿਟੀ ਤੇ ਕੁਆਂਟੀਟੀ ਹੈ ਜਿਹੜੀ ਉਹ ਵੀ ਗੌਰਮੈਂਟ ਨੂੰ ਰੈਵਨਿਊ ਜਾਂਦਾ। ਇਹ ਚੀਜ਼ਾਂ ਦੀ ਜਿਹੜੀ ਆਪਸ਼ਨ ਆ ਸਾਨੂੰ ਹੁਣ ਜ਼ਰੂਰੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜਿਹੜੀ ਚੀਜ਼ ਪਾਸ ਹੋ ਜਾਂਦੀ ਹੈ ਲਾ ਦੇ ਮੁਤਾਬਕ ਫਿਰ ਉਹਨੂੰ ਚੇਂਜ ਕਰਨਾ ਕਾਫੀ ਔਖਾ ਹੋ ਜਾਂਦਾ। ਪਰ ਇਹਦਾ ਇਹ ਬਦਲਵਾਂ ਜਿਹੜਾ ਰਾਹ ਹੈ ਇਹ ਜ਼ਰੂਰੀ ਹੈ, ਕਿਉਂਕਿ ਸੋਲਿਊਸ਼ਨ ਦਾ ਲੱਭਣਾ ਬੜਾ ਜ਼ਰੂਰੀ ਹੁੰਦਾ। ਉਹਦੇ ਵਿੱਚ ਇਮੋਸ਼ਨਲ ਹੋਣਾ ਵੀ ਇੰਨਾ ਚੰਗਾ ਨਹੀਂ ਹੁੰਦਾ ਕਿ
ਹੁਣ ਕੋਈ ਬੰਦਾ ਜੇ ਕੋਈ ਸਿਆਣਾ ਜਥੇਬੰਦੀ ਹੈਗੀ ਹੈ ਜਿਹੜੇ ਸਿਆਣੇ ਬੰਦੇ ਆ ਉਹ ਬੈਠ ਕੇ ਗੱਲ ਕਰਨ, ਜਿੱਦਾਂ ਭਾਜਪਾ ਦਾ ਕੋਈ ਲੀਡਰ ਕਹਿੰਦਾ ਤਾਂ ਉਹਦੇ ਨਾਲ ਇਹੋ ਜਿਹੇ ਬੰਦੇ ਜਾਣ ਜਿਹੜੇ ਕਾਨੂੰਨ ਦੇ ਮਾਹਰ ਹੋਣ, ਐਕਸਪਰਟ ਹੋਣ, ਕਿਉਂਕਿ ਕਾਨੂੰਨ ਦੇ ਨਾਲ ਹੀ ਲੜਿਆ ਜਾਂਦਾ ਹੁੰਦਾ। ਜਿਹੜੀ ਵਾਇਲੈਂਸ ਆ ਉਹ ਦੁਨੀਆ ਦੇ ਵਿੱਚ ਨਾ ਕਦੇ ਕਾਮਯਾਬ ਹੋਈ ਹੈ ਨਾ ਹੋਣੀ ਆ। ਸੋ ਇਹਦਾ ਢੁਕਮਾ ਜਿਹੜਾ ਆਰਡੀਨੈਂਸ ਪਾਸ ਕਰਾ ਕੇ ਸਾਨੂੰ ਮੋੜਨਾ, ਕਿਉਂਕਿ ਕੱਲ ਨੂੰ ਇਹ ਖਰੀਦਣੀ ਹੈ ਚੀਜ਼ ਜੇ ਓਪਨ ਹੀ ਕਾਰਪੋਰੇਸ਼ਨ ਲਈ ਹੋ ਗਈ। ਉਹਦਾ ਫਿਰ ਮਾਰਕਸ ਨੇ ਵੀ ਲਿਖਿਆ ਸੀ, ਅੱਜ ਤੋਂ 100 ਸਾਲ ਪਹਿਲਾਂ ਲਿਖਿਆ ਸੀ ਕਿ ਕਾਰਪੋਰੇਸ਼ਨਾਂ ਦੇ ਨਾਲ ਲੜਨਾ ਵੀ ਬੜਾ ਔਖਾ ਹੁੰਦਾ। ਪਰ ਤੁਸੀਂ ਦਿਮਾਗ, ਅੱਜ ਦਾ ਯੁੱਗ ਹੈ ਜਿਹੜਾ, ਉਹਨੂੰ ਸਮੇਂ ਦੇ ਲਿਹਾਜ਼ ਦੇ ਨਾਲ ਤੁਹਾਨੂੰ ਦਿਮਾਗੀ ਲੜਾਈ ਵੀ ਨਾਲ ਲੜਨੀ ਪੈਣੀ ਹੈ, ਜਥੇਬੰਦਕ ਵੀ ਹੋਣਾ ਪੈਣਾ, ਸਿਸਟਮੈਟਿਕਲੀ ਸਾਨੂੰ ਸੰਯੁਕਤ ਹੋਣਾ ਪੈਣਾ। ਸੋ ਮੇਰੀ ਤਾਂ ਇੰਨੀ ਵਿਚਾਰਧਾਰਾ ਜੀ। ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ। ਤੇ ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਹਾਂਜੀ ਔਨ 에ਅਰ ਹੋ ਜੀ ਤੁਸੀਂ? ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੀ ਨਾ, ਹੁਣ ਅਸੀਂ ਵੀ ਉੱਥੋਂ ਪੰਜਾਬ ਤੋਂ ਹੀ ਆਏ ਆ ਤੇ ਅਸੀਂ ਕਿਸਾਨ ਆ, ਕਿਸਾਨਾਂ ਦੇ ਮੁੰਡੇ ਆ। ਅਸੀਂ ਸਾਰੇ ਜਿਹੜੇ ਉੱਥੇ ਦੇ ਮੁੰਡੇ ਆ ਉਹ ਸਾਰੇ ਇੱਧਰ ਕਿਉਂ ਆ ਰਹੇ ਆ, ਉਹਦਾ ਮਤਲਬ ਹੈ ਬਹੁਤ ਵੱਡਾ ਭਾਰਾ ਕਿ ਉਹਨਾਂ ਨੂੰ ਜੌਬ ਨਹੀਂ ਮਿਲਦੀ। ਉਹ ਟਰਾਈ ਕਰਦੇ ਆ, ਉੱਥੇ ਜੌਬ ਹੈ ਨਹੀਂ। ਸਾਡੇ ਜਿਹੜੇ ਹੁਣ ਬਜ਼ੁਰਗ ਆ ਉਹ ਲੜ ਰਹੇ ਆ ਜੀ। ਅਸੀਂ ਇੱਥੇ ਬੈਠੇ ਇੱਕ ਆਪਣਾ ਫੀਲਿੰਗ ਕਰ ਰਹੇ ਹਾਂ। ਪਰ ਹੁਣ ਤੁਸੀਂ ਦੱਸੋ ਕਿ ਆਪਾਂ ਕਰੀਏ ਕੀ ਕਿ ਇਹ ਸਿਆਣੇ ਬਣਨ। ਹੁਣ ਅਸੀਂ ਸਾਰੇ ਜਿੰਨੇ ਵੀ ਆ ਇੱਥੇ, ਮਤਲਬ ਕਿ ਮੇਰੀ ਉਮਰ ਇਸ ਵੇਲੇ 70 ਸਾਲ ਆ, ਜਿਹੜੇ ਹੁਣ ਬੱਚੇ ਇੱਥੇ ਆ ਰਹੇ ਆ ਸਟੂਡੈਂਟ, ਹਜ਼ਾਰਾਂ ਦੇ ਹਿਸਾਬ ਨਾਲ ਆ ਰਹੇ ਆ ਪੰਜਾਬ ਤੋਂ, ਤੇ ਉਹਨਾਂ ਦਾ ਕੋਈ ਉੱਥੇ ਦਾ ਕੋਈ ਲੁੱਕ ਹੈ ਨਹੀਂ, ਜੌਬ ਹੈ ਨਹੀਂ। ਅੱਛਾ, ਇੱਥੇ ਕੈਨੇਡਾ ਜਿਹੜਾ ਹੈਗਾ ਬਹੁਤ ਦੀ ਬੈਸਟ ਹੈਗਾ। ਤੇ ਹੁਣ ਇਹ ਆ ਕਿ ਸਾਡੇ ਬਜ਼ੁਰਗ ਉੱਥੇ ਜਿਹੜੇ ਆ ਉਹ ਲੜਾਈ ਲੜ ਰਹੇ ਆ, ਲੜਨ। ਪਰ ਦਾ ਰੀਜ਼ਨ ਇਹ ਆ ਕਿ ਕੋਈ ਨਾ ਕੋਈ ਚੰਗਾ ਬੰਦਾ ਤੁਸੀਂ ਅੱਗੇ ਰੱਖੋ, 2-4 ਬੰਦੇ ਜਿਹੜਾ ਕਿ ਕਾਨੂੰਨੀ ਜਾਣਦੇ ਹੋਣ ਤੇ ਜਾ ਕੇ ਉੱਥੇ ਲੜਨ। ਤੇ ਜੇ ਨਾ ਲੜੇ ਤਾਂ ਫਿਰ ਆਪਾਂ ਸਮਝ ਲਓ ਸਾਡੀਆਂ ਜ਼ਮੀਨਾਂ ਵੀ ਗਈਆਂ, ਸਾਡੀਆਂ ਮਾਵਾਂ ਵੀ ਗਈਆਂ, ਸਾਡੀਆਂ ਭੈਣਾਂ ਵੀ ਗਈਆਂ। ਇਹਨਾਂ ਜਿਹੜਾ ਨੇ ਇੰਨਾ ਦੁਖਦਾਇਕ ਗੱਲ ਬਣ ਜਾਣੀ ਆ ਕਿ ਹੋ ਸਕਦਾ ਕਿ ਇਹ ਘਰੇਲੂ ਵਾਰ ਵੀ ਹੋ ਜਾਵੇ। ਜੀ ਬਿਲਕੁਲ। ਧੰਨਵਾਦ ਬਹੁਤ-ਬਹੁਤ ਤੁਸੀਂ ਸਾਡੇ ਨਾਲ ਜੁੜੇ। ਤਾਂ ਢਿੱਲੋਂ ਸਾਹਿਬ ਇਹ 4-5 ਕਾਲਰ ਸਨ ਜਿਨ੍ਹਾਂ ਨੇ ਆਪਣੇ ਪੱਖ ਰੱਖੇ। ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਾਰੇ ਹੀ ਜਿੰਨੇ ਭਾਵੇਂ ਵਿਦੇਸ਼ਾਂ 'ਚ ਬੈਠੇ ਆ ਭਾਵੇਂ ਦੇਸ਼ ਦੇ ਵਿੱਚ ਬੈਠੇ ਆ, ਇਹ ਸਾਰੇ ਬੰਦੇ ਕਿਸਾਨੀ ਮਾਮਲੇ ਦੇ ਵਿੱਚ ਚਿੰਤਤ ਨੇ। ਇਹਨਾਂ ਦਾ ਕਹਿਣਾ ਹੈਗਾ ਕਿ ਜੇ ਕਿਸਾਨੀ ਨਾ ਰਹੀ ਤਾਂ ਹਿੰਦੁਸਤਾਨ ਦੇ ਵਿੱਚ ਰਹੇਗਾ ਕੀ। ਪਰ ਜਿਵੇਂ ਉਹ ਕਿਹਾ ਜਾਂਦਾ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵੀ ਜਾ ਰਿਹਾ ਸੀ। ਕਿਸਾਨ ਸੜਕਾਂ ਤੇ ਉਤਰੇ ਹੋਏ ਨੇ, ਕਿਸਾਨ ਸੜਕਾਂ ਤੇ ਨੰਗੇ ਧੜ ਲੜਾਈ ਲੜ ਰਹੇ ਨੇ। ਕੱਲ੍ਹ ਉਹਨਾਂ ਨੇ ਮਤਲਬ ਆਪਣੀਆਂ ਸ਼ਰਟ ਉਤਾਰ ਕੇ ਨੰਗੇ ਧੜ ਉਹ ਰੇਲਾਂ ਦੇ ਉੱਤੇ ਬੈਠੇ ਨੇ। ਲੇਕਿਨ ਮੋਦੀ ਸਾਹਿਬ ਉਹੀ ਬੰਸਰੀ ਵਜਾ ਰਹੇ ਨੇ। ਉਹਨਾਂ ਨੇ ਇਹਨਾਂ ਨੂੰ ਲਿਆਉਣ ਤੋਂ ਪਹਿਲਾਂ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਗੱਲ ਨਾ ਕੀਤੀ। ਇਹ ਸਾਡੇ ਬਹੁਤ ਸਾਰੇ ਕਾਲਰਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਤੁਸੀਂ ਇਸ ਕੰਮ ਦੇ ਵਿੱਚ ਇਕੱਠੇ ਹੋ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋਣ, 31 ਦੀਆਂ 31। ਮੈਂ ਤਾਂ ਸਾਰੀਆਂ ਨਹੀਂ ਕਹਿੰਦਾ, ਮੈਂ ਤਾਂ ਇਹ ਕਹਿੰਦਾ ਕਿ ਸਮੁੱਚੇ ਦੇਸ਼ ਦੀਆਂ ਜਿਹੜੀਆਂ 251 ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਮੰਚ ਤੇ ਖਲੋਣਾ ਚਾਹੀਦਾ ਹੈ। ਇਹ ਠੀਕ ਹੈ ਕਾਲਰ ਨੇ ਕਿ ਬਿਹਾਰ ਦੇ ਵਿੱਚ ਇਸ ਵੇਲੇ ਵਿਧਾਨ ਸਭਾ ਚੋਣਾਂ ਨੇ, ਉੱਥੋਂ ਦਾ ਕਿਸਾਨ ਵੀ ਦੁਖੀ ਹੈ। ਜੇ ਉਹ ਲੋਕ ਮੋਦੀ ਦੇ ਕਹਿੰਦੇ ਆ ਵੀ ਨੱਕ 'ਚ ਦਮ ਕਰਨਾ ਚਾਹਣ ਤਾਂ ਮੋਦੀ ਨੂੰ ਉੱਥੋਂ ਇਹ ਜਿੰਨੀਆਂ ਭਾਵੇਂ ਨਿਤੀਸ਼ ਕੁਮਾਰ ਦੇ ਨਾਲ ਜਿਹੜਾ ਕੋਈ ਗੱਠਜੋੜ ਉਹਦਾ ਬਣਿਆ ਹੋਇਆ ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਪਰ ਜਿੱਦਾਂ ਦੀਆਂ ਇਹ ਲੱਗ ਰਹੀਆਂ ਨੇ ਇਹ ਬੜਾ ਔਖਾ ਕੰਮ ਹੈ। ਕੀ ਜਿਹੜੀਆਂ ਭਾਰਤੀ ਜਨਤਾ ਪਾਰਟੀ NDA ਤੋਂ ਵਿਰੋਧੀ ਸਿਆਸੀ ਪਾਰਟੀਆਂ ਨੇ ਉਹ ਸਾਰੀਆਂ ਇੱਕ ਮੰਚ ਤੇ ਇਕੱਤਰ ਹੋਈਆਂ ਨੇ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਿਸ ਵਿਉਂਤਬੰਦੀ ਦੇ ਨਾਲ ਬਿਹਾਰ ਦੇ ਵਿੱਚ ਚੋਣਾਂ ਲੜਨਗੀਆਂ ਔਰ ਕੀ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਨਿਤੀਸ਼ ਕੁਮਾਰ ਦਾ ਗੱਠਜੋੜ ਹੈ ਇਹਦੇ ਤੋਂ ਬਿਹਾਰ ਨੂੰ ਕਿਵੇਂ ਖੜਾ ਛਡਵਾਉਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗੇਗਾ। ਲੇਕਿਨ ਅੱਜ ਦੀ ਘੜੀ ਜੇ ਬਿਹਾਰ ਦੇ ਵਿੱਚ ਕਿਸਾਨ ਜਥੇਬੰਦੀਆਂ ਇੱਕ ਹੋ ਜਾਣ ਔਰ ਦੇਸ਼ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇਹ ਸਾਰੇ ਦਾ ਸਾਰਾ ਡੇਰਾ ਲਾ ਕੇ ਹੁਣ ਬਿਹਾਰ ਦੇ ਵਿੱਚ ਲਾ ਲੈਣ, ਬਿਹਾਰ ਦੇ ਵਿੱਚ ਜਾ ਕੇ ਉੱਥੋਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕੋਈ ਨਾ ਕੋਈ ਫੈਸਲਾ ਹੋ ਸਕਦਾ ਹੈ। ਜੇ
ਇਸੇ ਤਰ੍ਹਾਂ ਪਾਟੋ ਧਾੜ 'ਚ ਰਹੇ ਔਰ ਹਮੇਸ਼ਾ ਹੀ ਇਹ ਲੋਕ ਸਾਡੀ ਪਾਟੋ ਧਾੜ ਦਾ ਹੀ ਫਾਇਦਾ ਚੁੱਕਦੇ ਨੇ। ਲਗਾਤਾਰ ਅਸੀਂ ਸਾਰੇ ਉਦੋਂ ਤੋਂ ਹੀ ਕਿਸਾਨ ਆਰਡੀਨੈਂਸ ਜੋ ਬਿੱਲ ਬਣ ਕੇ ਕਾਨੂੰਨ ਦਾ ਰੂਪ ਧਾਰਨ ਕਰ ਚੁੱਕੇ ਨੇ, ਉਹਨਾਂ ਬਾਰੇ ਖਦਸ਼ੇ ਪ੍ਰਗਟਾ ਰਹੇ ਹਾਂ। ਅੱਜ ਤੱਕ ਨਰਿੰਦਰ ਮੋਦੀ ਜਾਂ ਉਸ ਦੇ ਖੇਤੀ ਮੰਤਰੀ, ਉਹ ਵੀ ਨਰਿੰਦਰ ਹੈ, ਨਰਿੰਦਰ ਤੋਮਰ ਦੇ ਉੱਤੇ, ਇਹਨਾਂ ਦੋ ਨਰਿੰਦਰਾਂ ਦੇ ਉੱਤੇ ਕੋਈ ਮਤਲਬ ਕਹਿ ਸਕਦੇ ਹਾਂ ਆਪਾਂ ਅਸਰ ਨਹੀਂ ਹੋਇਆ। ਭਾਵੇਂ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਾ ਰਹੇ ਨੇ, ਪੰਜਾਬ ਨਾਲ ਸੰਬੰਧਿਤ ਆਗੂ ਕਹਿ ਰਹੇ ਨੇ ਕਿ ਤੁਸੀਂ ਸਾਡੇ ਨਾਲ ਚੱਲੋ, ਅਸੀਂ ਪ੍ਰਧਾਨ ਮੰਤਰੀ ਤੋਂ ਟਾਈਮ ਲੈਂਦੇ ਹਾਂ, ਅਸੀਂ ਖੇਤੀ ਮੰਤਰੀ ਤੋਂ ਟਾਈਮ ਲੈਂਦੇ ਹਾਂ ਔਰ ਤੁਹਾਨੂੰ ਭਰੋਸਾ ਦਿਵਾ ਕੇ ਲਿਆਉਂਦੇ ਹਾਂ। ਨਵਦੀਪ, ਮੈਨੂੰ ਇਹ ਗੱਲ ਦੱਸੋ ਵੀ ਜਿਨ੍ਹਾਂ ਦੇ ਉੱਤੇ ਕਾਨੂੰਨ ਲਾਗੂ ਹੋਣਾ ਕਿਸਾਨਾਂ ਦੇ ਉੱਤੇ, ਉਹਨਾਂ ਦੇ ਨਾਲ ਤੁਸੀਂ ਹੁਣ ਤੱਕ ਗੱਲ ਕਿਹੜੀ ਕੀਤੀ ਹੈ ਜੀ? ਤੁਸੀਂ ਤਾਂ ਆਪਦੇ ਕਾਨੂੰਨ ਬਣਾ ਕੇ ਉਹਨਾਂ ਤੇ ਥੋਪੇ ਨੇ। ਉਹਨਾਂ ਦਾ ਖਦਸ਼ਾ ਹੈਗਾ ਕਿ ਇਹਨਾਂ ਜਦੋਂ ਇਹ ਬਿੱਲ ਲਿਆਂਦੇ ਗਏ ਸੀ ਉਸ ਤੋਂ ਪਹਿਲਾਂ, ਜਿਵੇਂ ਕੱਲ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਖ ਰਹੇ ਸਨ ਕਿ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਆਓ ਤੁਹਾਡੀ ਗੱਲ ਕਰਾਉਂਦੇ ਹਾਂ, ਇਹ ਆਗੂਆਂ ਨੂੰ ਇੱਥੋਂ ਤੱਕ ਨੌਬਤ ਆਉਣ ਨਹੀਂ ਦੇਣੀ ਚਾਹੀਦੀ ਸੀ। ਪਹਿਲਾਂ ਹੀ ਪ੍ਰਧਾਨ ਮੰਤਰੀ ਜਾਂ ਖੇਤੀ ਮੰਤਰੀ ਕੋਲੇ ਲੈ ਕੇ ਜਾਣਾ ਚਾਹੀਦਾ ਸੀ। ਜਿਸ ਵੇਲੇ ਇਹ ਆਰਡੀਨੈਂਸ ਆਏ, ਉਹ ਆਰਡੀਨੈਂਸਾਂ ਵੇਲੇ ਸਾਡੀ ਜਿਹੜੀ ਭਾਈਵਾਲ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੀ ਰਹੀ, ਉਸ ਨੇ ਇਹਨਾਂ ਤੇ ਹਮਾਇਤ ਕੀਤੀ। ਇਕੱਲੀ ਹਮਾਇਤ ਨਹੀਂ ਕੀਤੀ, ਪ੍ਰੋੜਤਾ ਨਹੀਂ ਕੀਤੀ। 4 ਮਹੀਨੇ ਉਹਨਾਂ ਨੇ ਪੂਰਾ ਧਬੱਚੜ ਪਾਇਆ ਕਿ ਜੀ ਇਹਨਾਂ ਬਿਲਾਂ ਵਰਗਾ ਤਾਂ ਕੋਈ ਹੈ ਹੀ ਨਹੀਂ। ਕਿਸਾਨ ਜਿਹੜਾ ਹੁਣ ਤੱਕ ਕਰਜ਼ਈ ਰਿਹਾ, ਕਿਸਾਨ ਦੀ ਤਾਂ ਖੁਸ਼ਹਾਲੀ ਇੰਨੀ ਹੋ ਜਾਵੇਗੀ ਕਿ ਪਤਾ ਹੀ ਨਹੀਂ ਕਿਸਾਨਾਂ ਨੂੰ, ਡਾਲਰਾਂ ਤੋਂ ਵੀ ਵੱਡੀ ਕੋਈ ਅਮਾਊਂਟ ਜਿਹੜੀ ਹੈ ਇਹ ਬਿੱਲ ਪਾਸ ਹੋਣ ਦੇ ਨਾਲ ਆ ਜਾਵੇਗੀ। ਜਦੋਂ ਇੱਕ ਸਥਿਤੀ ਆਈ, ਉਹ ਸਥਿਤੀ ਦੇ ਵਿੱਚ ਜਦੋਂ ਦੇਖਿਆ ਕਿ ਚਾਰੇ ਪਾਸਿਓਂ ਅਸੀਂ ਘਿਰ ਗਏ ਹਾਂ, ਕਿਸਾਨੀ ਸਾਡੇ ਹੱਥਾਂ 'ਚੋਂ ਨਿਕਲਦੀ ਜਾ ਰਹੀ ਹੈ, ਉਸ ਵੇਲੇ ਮਜਬੂਰਨ ਵਸ ਇਹਨਾਂ ਨੂੰ ਇਹ ਸਾਥ ਛੱਡਣਾ ਪਿਆ। ਅੱਜ ਇੱਕ ਅਖਬਾਰ ਨੇ ਲਿਖਿਆ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਹੁਣ ਇੱਕ ਵੱਡਾ ਬੰਬ ਸੁੱਟਤਾ, ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਲੈ ਲਿਆ ਤਾਂ ਭਾਰਤੀ ਜਨਤਾ ਪਾਰਟੀ ਹੁਣ ਸੁਧਰ ਜਾਵੇਗੀ। ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਬੁਰਾ ਮਨਾਇਆ ਔਰ ਅਸਤੀਫਾ ਇਹ ਕਹਿੰਦੇ ਆ ਅਸੀਂ ਦਿੱਤਾ। ਬਹੁਤ ਸਾਰੇ ਆਗੂ ਇਹ ਦੋਸ਼ ਲਾਉਂਦੇ ਆ ਕਿ ਅਸਤੀਫਾ ਦਿੱਤਾ ਨਹੀਂ, ਭਾਰਤੀ ਜਨਤਾ ਪਾਰਟੀ ਨੇ ਲਿਆ ਕਿ ਤੁਸੀਂ ਅਸਤੀਫਾ ਦਿਓ, ਭਾਈਵਾਲ ਤੁਹਾਨੂੰ ਰਹਿਣ ਦਾ ਕੋਈ ਹੱਕ ਨਹੀਂ ਕਿਉਂਕਿ ਤੁਸੀਂ ਇਹ ਸਾਡੀਆਂ ਗੱਲਾਂ ਦਾ ਵਿਰੋਧ ਕਰਦੇ ਹੋ। ਇਸ ਕਰਕੇ ਜਦੋਂ ਉਹਨਾਂ ਤੋਂ ਅਸਤੀਫਾ ਲੈ ਲਿਆ, ਹੁਣ ਉਹ ਬਾਹਰ ਆ ਗਏ। ਅਜੇ ਵੀ ਬਹੁਤ ਸਾਰੀਆਂ ਰਾਜਸੀ ਆਗੂ, ਜਿਵੇਂ ਸਾਡੇ 3-4 ਕਾਲਰ ਨੇ ਕਿਹਾ ਕਿ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਹੋ ਸਕਦਾ ਕੋਈ ਕੜੀ ਇਹਨਾਂ ਨੇ ਮਿਲ ਕੇ ਘੋਲੀ ਹੋਵੇ, ਜਿਹਦੇ ਕਰਕੇ ਅਗਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ ਕਿ ਕੀ ਇਹ ਪੱਕੇ ਤੌਰ ਤੇ ਸਟੈਂਡ ਲੈਂਦੇ ਨੇ। ਜੇ ਪੱਕੇ ਤੌਰ ਤੇ ਸਟੈਂਡ ਲੈਂਦੇ ਨੇ ਤਾਂ ਕਿਸ ਰੂਪ ਦੇ ਵਿੱਚ ਦੇਖਣਾ ਹੋਵੇਗਾ, ਕਿਉਂਕਿ ਅਕਾਲੀ ਦਲ ਨੂੰ ਕੋਈ ਵੀ ਕਿਸਾਨ ਜਥੇਬੰਦੀ ਮੂੰਹ ਲਾਉਣ ਨੂੰ ਤਿਆਰ ਨਹੀਂ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਘਰੋਂ ਨਿਕਲਣਾ ਹਰਾਮ ਕੀਤਾ ਵਾ। ਲਗਾਤਾਰ ਉਹ ਕਿਸਾਨਾਂ ਦੀ ਜਿਹੜੀ ਵਿਰੋਧਤਾ ਹੈ ਉਸ ਦਾ ਸ਼ਿਕਾਰ ਬਣ ਰਹੇ ਨੇ। ਜੇ ਉਹ ਸ਼ਿਕਾਰ ਬਣਦੇ ਨੇ ਤਾਂ ਸਾਨੂੰ ਦੇਖਣਾ ਪਵੇਗਾ ਕਿ ਅਗਲੇ ਦਿਨਾਂ ਦੇ ਵਿੱਚ ਇਹ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਕੀ ਰੁਖ ਲੈਂਦਾ ਹੈ। ਕਿਸਾਨ ਜਥੇਬੰਦੀਆਂ ਨੂੰ ਮੈਂ ਸਮਝਦਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੀ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਬਾਪੂ ਸ਼੍ਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਜਾਣਾ ਚਾਹੀਦਾ ਹੈ ਕਿ ਤੁਹਾਡਾ ਚੌਟਾਲਿਆਂ ਦੇ ਨਾਲ ਬਹੁਤ ਵੱਡਾ ਨੇੜਤਾ ਹੈ। ਪਰ ਜਦੋਂ ਦੁਸ਼ਯੰਤ ਚੌਟਾਲਾ ਇੱਥੇ ਆਇਆ ਸੀਗਾ ਸਰਦਾਰ ਬਾਦਲ ਕੋਲੇ ਲੰਬੀ ਦੇ ਵਿੱਚ, ਉਹਨਾਂ ਦੇ ਪਿੰਡ ਬਾਦਲ, ਤਾਂ ਬਾਦਲ ਸਾਹਿਬ ਨੇ ਅੱਗੋਂ ਕਹਿਤਾ ਕਾਕਾ ਮੈਂ ਦੱਸ ਕੀ ਕਰਾਂ, ਸਾਡੇ ਤਾਂ ਆਪਦੇ ਘਰ ਦੇ ਵਿੱਚ ਫਾਟਕ ਪਿਆ, ਦੋਨੇ ਭਰਾ ਇਕੱਠੇ ਬੈਠਣ ਨੂੰ ਤਿਆਰ ਨਹੀਂ, ਮੈਂ ਤੁਹਾਡਾ ਕੀ ਜਾ ਕੇ ਕਰ ਸਕਦਾ। ਜੇ ਉਸ ਵੇਲੇ ਉਹ ਅਸਾਰੂ ਭੂਮਿਕਾ ਅਦਾ ਕਰ ਦਿੰਦੇ ਤਾਂ ਅੱਜ ਬਾਦਲ ਸਾਹਿਬ ਦੀ ਚੌਟਾਲੇ ਪਰਿਵਾਰ ਨੇ ਮੰਨ ਲੈਣੀ ਸੀ। ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਘੋਲ ਲੜ ਰਹੀਆਂ ਨੇ, ਇਹਨਾਂ ਨੇ ਜੇ ਕਾਮਯਾਬ ਹੋਣਾ, ਠੀਕ ਕਿਹਾ ਕਿਸੇ ਨੇ ਕਿ ਤੁਸੀਂ ਦਿੱਲੀ ਨੂੰ ਜਾ ਕੇ ਘੇਰੋ। ਦਿੱਲੀ ਤਾਂ ਘੇਰੀ ਜਾ ਸਕਦੀ ਹੈ ਕਿ ਜੇ ਹਰਿਆਣੇ ਦੇ ਵਿੱਚ ਦੀ ਲੰਘਣਾ ਪਵੇ। ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਜੇ ਚੌਟਾਲਿਆਂ ਦਾ ਦੁਸ਼ਯੰਤ ਚੌਟਾਲਾ ਅੱਜ ਭਾਰਤੀ ਜਨਤਾ ਪਾਰਟੀ ਦੀ ਖੱਟੜ ਸਰਕਾਰ ਤੋਂ ਬਾਹਰ ਆ ਜਾਵੇ ਤਾਂ ਕੱਲ੍ਹ ਨੂੰ ਖੱਟੜ ਸਰਕਾਰ ਘੱਟ ਗਿਣਤੀ 'ਚ ਰਹਿ ਜਾਵੇਗੀ ਤੇ ਟੁੱਟਣ ਕਿਨਾਰੇ ਪਹੁੰਚ ਜਾਵੇਗੀ। ਉਸ ਸਥਿਤੀ ਦੇ ਵਿੱਚ ਜਿਹੜਾ ਵੀ ਗਠਬੰਧਨ ਨਵਾਂ ਆਏਗਾ ਉਹ ਕਿਸਾਨਾਂ ਦਾ ਹਮਾਇਤੀ ਹੋਵੇਗਾ। ਕਿਸਾਨਾਂ ਦਾ ਹਮਾਇਤੀ ਹੋਣ ਦੇ ਨਾਤੇ
ਉਹ ਆ ਸਰਹੱਦਾਂ ਖੋਲ੍ਹ ਕੇ ਤੇ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਾ ਸਕਦਾ ਹੈਗਾ। ਇਸ ਕਰਕੇ ਜਦੋਂ ਤੱਕ ਦਿੱਲੀ ਦੇ ਵਿੱਚ ਜਾ ਕੇ ਕਿਸਾਨ ਨਹੀਂ ਬੈਠਣਗੇ, ਮੈਨੂੰ ਨਹੀਂ ਲੱਗਦਾ ਇਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਹੋਵੇਗੀ। ਕਿਸਾਨਾਂ ਨੂੰ ਇਸੇ ਤਰ੍ਹਾਂ ਸੜਕਾਂ ਤੇ ਰੁਲਣਾ ਪਏਗਾ। ਜੇ ਕਿਸਾਨਾਂ ਨੇ ਇਸ ਗੱਲ ਨੂੰ ਮਨਾਉਣਾ ਹੈ ਤਾਂ ਇਕਜੁੱਟ ਹੋ ਕੇ ਇਹ ਲੜਾਈ ਹਾਰੇ ਹੋਰ ਲੰਬੀ ਜਾ ਸਕਦੀ ਹੈ ਤੇ ਲੰਬੀ ਲੜਾਈ ਹੈ ਜਿਹੜੀ ਉਹ ਰੱਖੀ ਜਾ ਸਕਦੀ ਹੈ। ਲੰਬੀ ਲੜਾਈ ਕਈ ਵਾਰੀ ਕਹਿੰਦੇ ਆ ਵੀ ਜੇ ਕਿਸੇ ਸੰਘਰਸ਼ ਨੂੰ ਫੇਲ ਕਰਨਾ ਹੋਵੇ ਤਾਂ ਉਹ ਸੰਘਰਸ਼ ਨੂੰ ਲੰਬਾ ਕਰ ਦਿਓ, ਹੌਲੀ ਹੌਲੀ ਉਹ ਸੰਘਰਸ਼ ਆਪਣੇ ਆਪ 'ਚ ਟੁੱਟ ਜਾਂਦਾ ਹੈ। ਅੱਜ ਇਹ ਜਿਹੜੀ ਕਿਸਾਨ ਲੜਾਈ ਲੜ ਰਹੇ ਨੇ, ਇਹਨਾਂ ਨੂੰ ਇਹ ਮੰਨਣਾ ਪਵੇਗਾ ਕਿ ਇਹ ਲੜਾਈ ਇਹਨਾਂ ਨੂੰ ਲੰਬੀ ਲੜਨੀ ਪਵੇਗੀ। ਜੀ ਬਿਲਕੁਲ। ਤੇ ਹੋਰ ਕਾਲਰ ਵੀ ਨੇ ਜਿਹੜੇ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਲਾਰ ਬੋਲਦਾ ਜੀ। ਕਲਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਅੱਛਾ ਵੀਰ ਜੀ, ਮੈਂ ਨਾ 2-3 ਗੱਲਾਂ ਪੁੱਛਣੀਆਂ, ਤੁਸੀਂ ਆਪਣੇ ਬਾਅਦ ਦੇ ਵਿੱਚ ਵਿਚਾਰ ਦੇ ਦਈਓ ਉਹਨਾਂ ਉੱਤੇ ਕਿ ਕਿਸਾਨਾਂ ਹੋਏਗਾ। ਦੁਬਾਰਾ ਦੱਸੋ ਜੀ। ਕਿ ਕਿਸਾਨਾਂ ਨੂੰ ਇਹ ਜੋ ਧਰਨੇ ਲਾ ਰਹੇ ਨੇ ਇਹਨਾਂ ਦਾ ਕੋਈ ਫਾਇਦਾ ਹੋਏਗਾ ਅਖੀਰ ਤੇ ਕਿ ਖੱਜਲ ਖੁਆਰੀ ਹੋਏਗੀ। ਦੂਸਰੀ ਗੱਲ ਇਹ ਕਿ ਵੈਸੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਕਿਸਾਨਾਂ ਨੂੰ ਬਚਣਾ ਚਾਹੀਦਾ, ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ, ਖਾਸ ਕਰਕੇ ਬਾਦਲ ਦਲੀਆਂ ਤੋਂ ਤਾਂ ਬਚਣਾ ਹੀ ਚਾਹੀਦਾ। ਇਹਨਾਂ ਦਾ ਡਰਾਮਾ ਆ, ਕੋਈ ਤੀਜੀ ਧਿਰ ਇਕੱਠੀ ਹੋ ਕੇ ਤਾਂ ਉਹ ਇਹਨਾਂ ਦੇ ਕਿਸਾਨਾਂ ਦੇ ਨਾਲ ਤੁਰੇ ਤਾਂ ਫੇਰ ਗੱਲ ਬਣ ਸਕਦੀ ਆ। ਇਸ ਕਰਕੇ ਕਿਸਾਨਾਂ ਦੇ ਹੱਕ 'ਚ ਮੈਨੂੰ ਇਹ ਦੱਸੋ ਵੀ ਇਹਨਾਂ ਨੂੰ ਕੁਝ ਫਾਇਦਾ ਹੋਊਗਾ? ਕਾਨੂੰਨ ਟੁੱਟ ਸਕਦਾ, ਕਾਨੂੰਨ ਰੁਕ ਸਕਦਾ, ਕੀ ਹੋ ਸਕਦਾ ਵੀਰ ਜੀ? ਮੈਨੂੰ ਤਾਂ ਲੱਗਦਾ ਨਹੀਂ ਕੁਝ ਵੀ ਹੋਏਗਾ। ਖੱਜਲ ਖੁਆਰੀ ਹੈ ਵੀਰ ਜੀ। ਓਕੇ ਬਾਈ ਜੀ। ਬਹੁਤ ਬਹੁਤ ਧੰਨਵਾਦ ਕੁਲਾਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਲਖਵਿੰਦਰ ਸਿੰਘ ਸੰਮੇ ਵਾਲੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਬੇਨਤੀ ਹੈਗੀ ਆ, ਵੀਰ ਕੁਲਾਰ ਸਾਹਿਬ ਨੇ ਜੋ ਆਖਿਆ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ। ਵੇਖੋ ਜੀ, ਸਾਡੀਆਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਸਾਡੇ ਕਿਸਾਨ ਮਤਲਬ ਯੂਨੀਅਨ ਦੇ ਮੈਂਬਰ ਨੇ, ਉਹ ਅਜੇ ਵੀ ਬਾਦਲ ਦਲ ਨਾਲ ਤੁਰੇ ਫਿਰਦੇ ਨੇ ਤੇ ਫਿਰ ਬਦਕਿਸਮਤੀ ਹੋਏਗੀ ਸਾਡੀ ਵੀ ਜਿਨ੍ਹਾਂ ਸਾਡੀ ਮੌਤ ਦੇ ਵਾਰੰਟਾਂ ਦੇ ਦਸਤਖਤ ਕਰਕੇ ਉੱਥੋਂ ਆਏ ਨੇ, ਕਦੀ ਹੱਕ 'ਚ ਕਦੀ ਵਿਰੋਧ 'ਚ, ਅਜੇ ਵੀ ਉਹਨਾਂ ਦੇ ਨਾਲ ਟਰੈਕਟਰ ਦੇ ਉਹਨਾਂ ਦੇ ਮਗਰ ਭੱਜੇ ਫਿਰਦੇ ਨੇ ਤੇ ਫਿਰ ਸਾਰਾ ਆਸ ਕਿੱਥੋਂ ਰੱਖਦੇ ਨੇ ਮੋਦੀ ਕੋਲੋਂ। ਬਿਲਕੁਲ ਸਾਰੇ ਜਿੰਨੀਆਂ ਕਿਸਾਨ ਯੂਨੀਅਨ ਨੇ, ਜਿੰਨਾ ਚਿਰ ਇਕੱਠੇ ਨਹੀਂ ਹੁੰਦੇ, ਜਦੋਂ ਮਸਲਾ ਇੱਕ ਤੇ ਫਿਰ ਵੱਖ-ਵੱਖ ਧਰਨੇ ਕਿਉਂ? ਬਿਲਕੁਲ ਇਹਨਾਂ ਨੂੰ ਇਕੱਠੇ ਹੋ ਕੇ ਸਰ, ਜਿੰਨਾ ਚਿਰ ਦਿੱਲੀ ਨਹੀਂ ਪਹੁੰਚਦੇ ਉਹਨਾਂ ਚਿਰ ਸਰ ਕੋਈ ਇਹਦਾ ਰਿਜ਼ਲਟ ਨਹੀਂ ਨਿਕਲਣਾ। ਐਵੇਂ ਖੱਜਲ ਖਵਾਰ ਹੁੰਦੇ ਰਹਿਣਗੇ। ਅੱਗੇ ਵੇਖੋ ਤਾਵਲ ਲਾਡੂ ਵਾਲਿਆਂ ਨੇ ਕਿੰਨਾ ਚਿਰ ਕੀਤਾ ਰੱਖਿਆ, ਕੀ ਉਹਦਾ ਨਤੀਜਾ ਨਿਕਲਿਆ ਜੀ? ਫੌਜ ਰੈਂਕ ਇੱਕ ਪੈਨਸ਼ਨ ਦਾ ਧਰਨੇ ਲਾ ਛੱਡੇ, ਕੀ ਨਤੀਜਾ ਨਿਕਲਿਆ ਜੀ? ਬਿਲਕੁਲ ਸਰ, ਸੁਹਿਰਦ ਹੋ ਕੇ ਸਾਨੂੰ ਇਹ ਤੁਰਨਾ ਪਏਗਾ ਵੀ ਅਸੀਂ ਕਿਵੇਂ ਬਚਦੇ ਹਾਂ, ਕਿਵੇਂ ਮਰਦੇ ਹਾਂ, ਤੇ ਵੋਟ ਪਾਉਣ ਲੱਗਿਆ ਵੀ ਸਰ ਸਾਨੂੰ ਸੋਚਣਾ ਪਏ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨੱਡਾ ਬੋਲ ਰਿਹਾ ਯੂਐਸਏ ਤੋਂ, ਨਿਊ ਜਰਸੀ ਤੋਂ। ਤੁਹਾਡਾ ਮੁੱਦਾ ਬੜਾ ਵਧੀਆ। ਢਿੱਲੋਂ ਸਾਹਿਬ ਨੂੰ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਨੱਡਾ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿਸਾਨਾਂ ਦੀ ਰੈਲੀ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ, ਜਿਹੜਾ ਤੁਸੀਂ ਬਹੁਤ ਯੋਗਦਾਨ ਪਾਉਂਦੇ ਆ। ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੇ ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਤੁਸੀਂ ਬੜੇ ਸਿਆਣੇ ਜਰਨਲਿਸਟ ਹੋ ਔਰ ਹੁਣੇ ਤੁਸੀਂ ਗੱਲ ਕਰ ਰਹੇ ਸੀ ਵੀ ਜੇ ਸਾਰੇ ਕਿਸਾਨ ਰਲ ਮਿਲ ਕੇ ਦਿੱਲੀ 'ਚ ਜਾ ਕੇ ਜੇ ਧਰਨਾ ਲਾ ਦੇਣ ਤਾਂ ਸ਼ਾਇਦ ਸੁਣਵਾਈ ਹੋ ਜਾਵੇ। ਪਰ ਮੇਰਾ ਮੰਨਣਾ ਇਹ ਆ ਵੀ ਸ਼ਾਹੀਨ ਬਾਗ ਦਾ ਮੋਰਚਾ ਵੀ ਦਿੱਲੀ 'ਚ ਲੱਗਾ ਸੀ, ਮੋਦੀ ਉਹਨਾਂ ਤੇ ਕੋਈ ਫਰਕ ਪਿਆ? ਧਾਨ ਦੀ ਵਾਢੀ ਆ ਰਹੀ ਹੈ ਬੜੀ ਜਲਦੀ, ਲੋਕਾਂ ਨੇ ਫਸਲ ਸਾਂਭਣੀ ਆਏ ਵੀ ਥੱਕ ਹਾਰ ਕੇ ਵਿਚਾਰੇ ਘਰੋਂ ਘਰੀ ਬਹਿ ਜਾਣਗੇ, ਕੁਛ ਨਹੀਂ ਪੱਲੇ ਪੈਣਾ। ਅੱਜ ਇਹ ਵੀ ਖਬਰ ਆਈ ਆ ਵੀ ਉਹਦੀ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਹੈ ਜੀ ਉਹਨਾਂ ਦੇ ਬਿੱਲਾਂ ਦੇ ਉੱਤੇ। ਹਾਂਜੀ, ਕਾਨੂੰਨ ਬਣ ਗਏ ਆ ਜੀ। ਤੇ ਰਾਸ਼ਟਰਪਤੀ ਤਾਂ ਖੁਦ ਹੀ ਮੋਹਰ ਹੁੰਦਾ, ਉਹਦਾ ਮੋਹਰ ਪ੍ਰਧਾਨ ਮੰਤਰੀ ਦੀ ਜੇਬ 'ਚ ਹੁੰਦੀ ਹੈ। ਰਾਸ਼ਟਰਪਤੀ ਨੇ ਮੋਹਰ ਉੱਤੇ ਕੀ ਲਾਉਣੀ ਹੁੰਦੀ ਹੈ? ਰਾਸ਼ਟਰਪਤੀ ਦੇ ਜਿਹੜਾ ਹੈ ਇੱਕ ਕਿਸਮ ਦਾ ਉਹਨਾਂ ਦਾ ਕਰਿੰਦਾ ਵਾ, ਉਹਨੇ ਤਾਂ ਕਰਨਾ ਹੀ ਹੁੰਦਾ ਜੋ ਉਹਨਾਂ ਨੇ ਉਹਨਾਂ ਕੋਲ ਕਰਾਉਣਾ ਹੁੰਦਾ। ਉਹ ਤਾਂ ਹੋਣਾ ਹੀ ਸੀ, ਉਹ ਅੱਗੇ ਦਿਖਦਾ ਸੀ। ਬਾਕੀ ਰਹੀ ਗੱਲ ਬੀਬੀ ਦੇ ਅਸਤੀਫੇ ਦੀ, ਸਾਡੀ ਬੀਬੀ ਹਰਸਿਮਰਤ ਕੌਰ ਬਾਦਲ, ਮੈਂ ਤਾਂ ਉਹਨੂੰ ਅਚਾਰ ਮੰਤਰੀ ਕਹਿੰਦਾ, ਉਹਦੇ ਕੋਲ ਮਹਿਕਮਾ ਉਹੀ ਅਚਾਰ ਦਾ ਸੀਗਾ। ਉਹ ਤੇ ਐਵੇਂ ਮੰਤਰੀ ਦਾ ਬਿੱਲਾ ਲਾਈਵ ਕਰਦੀ ਸੀ।
ਮੇਰਾ ਨਹੀਂ ਖਿਆਲ ਕਦੀ ਉਹਨਾਂ ਹੰਗਾਰਾ ਵੀ ਲਿਆ ਹੋਵੇ ਕਦੀ ਕੈਬਨਿਟ ਦੀ ਮੀਟਿੰਗ ਜਿਹਦੇ ਕੋਲੇ। ਉਹ ਖੁਦ ਅਕਾਲੀ ਦਲ ਸ਼ਾਮਲ ਸੀਗਾ ਜਦੋਂ ਇਹ ਆਰਡੀਨੈਂਸ ਆਏ ਆ, ਖੁਦ ਮੀਟਿੰਗ 'ਚ ਬੈਠੇ ਸੀ। ਬੀਬੀ ਨੇ ਉਦੋਂ ਕੋਈ ਵਿਰੋਧ ਕੀਤਾ। ਬੀਬੀ ਅਸਤੀਫਾ ਦਿੰਦੀ ਜਾਂ ਜਦੋਂ ਆਰਡੀਨੈਂਸ ਆਏ ਸੀ ਤੇ ਗੱਲ ਹੋਰ ਹੋਣੀ ਸੀ। ਹੁਣ ਤਾਂ ਇਹ ਜਿਹੜੇ ਆ ਕਿਸਾਨਾਂ ਦੇ ਨਾਲ ਨਹੀਂ ਬੈਠੇ, ਉਹਨਾਂ ਦੇ ਅੰਦੋਲਨ 'ਚ ਉਹਨਾਂ ਦੀਆਂ ਜੜ੍ਹਾਂ 'ਚ ਪੈਣ ਲੱਗੇ ਆ। ਤਾਂ ਉਹਨਾਂ ਦੀਆਂ ਜੜ੍ਹਾਂ 'ਚ ਬਹਿਣ ਲੱਗੇ ਆ, ਕਿਸਾਨ ਜਥੇਬੰਦੀਆਂ ਦੀਆਂ ਜੜ੍ਹਾਂ 'ਚ ਬਹਿਣ ਬੈਠੇ ਆ। ਬਾਕੀ ਇਹ ਅੰਦਰ ਖਾਤੇ ਡੀਲ ਵਾ, ਡਰਾਮਾ ਵਾ। 2022 ਆ ਜਾਣ ਦਿਓ ਇਹਨਾਂ ਨੂੰ। ਰਾਜਸੀ ਪਾਰਟੀਆਂ ਦਾ 22 ਦਾ ਇਲੈਕਸ਼ਨ ਦਿਖਦਾ, ਇਹ ਫਿਰ ਇੱਕੋ ਹੋ ਜਾਣਗੇ, ਰਲ ਕੇ ਇਲੈਕਸ਼ਨ ਲੜਨਗੇ। ਇਹ ਕੋਈ ਨਹੀਂ, ਸਾਰੇ ਰਲੇ ਹੋਏ ਆ। ਬਾਕੀ ਜਿੱਦਾਂ ਇਹ ਆਰਡੀਨੈਂਸ ਕਾਨੂੰਨ ਕਹਿੰਦੇ ਨਾ ਵੀ ਸਾਰੀ ਖੇਤੀ ਕਾਰਪੋਰੇਟਾਂ ਦੇ ਹੱਥ 'ਚ ਆ ਜਾਣੀ ਆ, ਉਹ ਤਾਂ ਦਿਸਣ ਡਿਆ ਵਾ। ਪਰ ਉਹਦੇ ਵਿੱਚ ਤਾਂ ਇਹ ਹੋਣਗੇ ਸ਼ਾਮਲ, ਇਹ ਤਾਂ ਭਾਈਵਾਲ ਹੋਣਗੇ। ਇਹ ਤਾਂ ਚਾਹੁੰਦੇ ਇਹ ਕੰਮ ਹੋ ਜਾਵੇ। ਜਿੱਦਾਂ ਸਾਰੇ ਲੀਡਰ ਕਹਿੰਦੇ ਆ ਨਾ ਵੀ ਚੰਡੀਗੜ੍ਹ ਪੰਜਾਬ ਨੂੰ, ਤੇ ਵਿੱਚੋਂ ਇਹ ਚਾਹੁੰਦੇ ਆ ਵੀ ਉੱਥੇ ਹੀ ਰਵੇ, ਸਾਡੀਆਂ ਉੱਥੇ ਪ੍ਰਾਪਰਟੀਆਂ ਬਣੀਆਂ ਰਹਿਣ। ਇਹ ਸਾਰੇ ਵਿੱਚ ਉਹਨਾਂ 'ਚ ਢਿੱਲੋਂ ਸਾਹਿਬ, ਜੇ ਮੇਰੀ ਗੱਲ ਗਲਤ ਹੈ ਤਾਂ ਦੱਸੋ, ਇਹ ਕਾਰਪੋਰੇਟ ਵੀ ਇਹਨਾਂ ਦੇ ਨਾਲ ਭਾਈਵਾਲੀ ਕਰਕੇ ਚੱਲਦੇ ਆ। ਇਹ ਸਾਰੇ ਹੀ ਪੰਜਾਬ ਨੂੰ ਲੁੱਟਣਗੇ ਰਲ ਕੇ। ਜੀ ਜੀ ਬਿਲਕੁਲ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬਠਿੰਡੇ ਤੋਂ ਬੋਲਦਾ ਜੀ। ਜੀ ਜੀ ਜੀ। ਮੈਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਅੱਛਾ ਢਿੱਲੋਂ ਸਾਹਿਬ, ਇੱਕ ਗੱਲ ਹੈ ਵੀ ਇਹ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ, ਜਿਵੇਂ ਅੰਗਰੇਜ਼ਾਂ ਵੇਲੇ ਜਾਂ ਅੱਤਵਾਦ ਵੇਲੇ, ਇਹਨਾਂ ਨੇ ਵਿੱਚ ਆਪਦੇ ਬੰਦੇ ਰਲਾ ਕੇ ਉਹ ਚੀਜ਼ ਨੂੰ, ਐਜੂਕੇਸ਼ਨ ਨੂੰ ਫੇਲ ਕਰਨ ਵਾਸਤੇ ਹੁਣ ਇਹ ਸਾਰੀਆਂ ਪਾਰਟੀਆਂ ਆਪਸ 'ਚ ਕਿਸਾਨਾਂ ਦੇ ਨਾਲ ਜੁੜ ਰਹੀਆਂ ਹੈਗੀਆਂ। ਜੇ ਕਿਸਾਨ ਹੀ ਸੋਚਣ ਵੀ ਆਪਾਂ ਹਰਿਆਣੇ ਵਾਲੇ ਕਿਸਾਨ ਵੀ ਨਾਲ ਲਾ ਕੇ, ਯੂਪੀ ਵਾਲੇ ਕਿਸਾਨ ਵੀ ਨਾਲ ਲਾ ਕੇ, ਸਾਰੇ ਆਪਾਂ ਇਕੱਠੇ ਹੋ ਕੇ ਇਹੋ ਚਲਾ ਕੇ ਤਾਂ ਲੋਟ ਹੋ ਸਕਦਾ ਜੀ। ਐਵੇਂ ਤਾਂ ਇਹ ਨਹੀਂ, ਇਹਨਾਂ ਨੇ ਫੇਰ ਫਲਾਪ ਕਰ ਦੇਣੀ ਹੈ ਐਜੂਕੇਸ਼ਨ ਨੂੰ, ਇੰਨੀ ਵਧੀਆ ਹੋਈ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਰੱਖੀ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਮਰੀਕ ਸਿੰਘ ਬੋਲਦਾ ਜੀ, ਮਿਸ਼ੀਗਨ ਯੂਨੀਵਰਸਿਟੀ ਤੋਂ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਕਿਸਾਨੀ ਇਸ ਟਾਈਮ ਸੰਕਟ ਦੇ ਵਿੱਚ ਚੱਲ ਰਹੀ ਹੈ ਆਪਣੇ ਪੂਰੇ ਇੰਡੀਆ, ਖਾਸ ਕਰਕੇ ਪੰਜਾਬ ਦੇ ਵਿੱਚ, ਉਹਦਾ ਜਿਹੜਾ ਤੁਸੀਂ ਸਾਰੀ ਜਾਣਕਾਰੀ ਟਾਈਮ ਟੂ ਟਾਈਮ ਆਪਣੇ ਬਾਹਰ ਬੈਠੇ ਜਾਂ ਇੰਡੀਆ ਦੇ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਦਿੰਦੇ ਆ ਜੀ। ਤੇ ਦੇਖੋ, ਇਹ ਜਿਹੜਾ ਹੁਣ ਸੰਘਰਸ਼ ਚੱਲਿਆ, ਇਹ ਬੇਨਤੀ ਤਾਂ ਇਹੀ ਹੈ, ਜਿਵੇਂ ਸਾਰੇ ਖਲਰ ਵੀ ਇਹ ਆਪਣਾ ਸੁਝਾਅ ਦੇ ਰਹੇ ਵੀ ਸਿਰਫ ਜਿਹੜੇ ਕਿਸਾਨ ਯੂਨੀਅਨਾਂ ਹੈਗੀਆਂ ਇਹ ਇਕੱਠੀਆਂ ਹੋ ਕੇ ਸਾਰੀਆਂ ਇਹ ਲੜਨ। ਇਹਦੇ ਵਿੱਚ ਜਿਹੜਾ ਰਾਜਨੀਤਿਕ ਪਾਰਟੀਆਂ ਉਹ ਸਪੋਰਟ ਕਰਨ ਬਾਹਰੋਂ, ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਜਿਹੜਾ ਝੰਡੇ ਜਾਂ ਉਹ ਉਹਨਾਂ ਨੂੰ ਨਹੀਂ ਉੱਥੇ ਕਰਨ ਦੇ ਅਲਾਉ ਨਹੀਂ ਕਰਨਾ ਚਾਹੀਦਾ ਜੀ। ਬਾਕੀ ਦੇਖੋ, ਗੁੰਮਰਾਹ ਕਰਨ ਨੂੰ ਤਾਂ ਹੁਣ ਇਹਨਾਂ ਨੇ ਇਹ ਆਪਣਾ ਚਾਲਾਂ ਚੱਲਣੀਆਂ, ਇਹ ਤਾਰੋ ਪੀਟ ਕਰਨ ਵਾਸਤੇ ਜਿੱਥੇ ਇਹਨੂੰ ਸੰਘਰਸ਼ ਨੂੰ। ਸੋ ਬੇਨਤੀ ਇਹੀ ਹੈ ਕਿ ਇਹਨਾਂ ਦੀ ਸਪੋਰਟ ਜ਼ਰੂਰ ਲਵੋ। ਜੇ ਇਹ ਆਪਣੇ ਝੰਡੇ ਅੱਗ ਤੋਂ ਚੱਕ ਕੇ ਜਾਂਦੇ, ਜੇ ਨਾਰੇ ਆਪਣੀ ਪਾਰਟੀ ਨੂੰ ਮਾਰਦੇ, ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਨੂੰ ਸਬਕ ਸਿਖਾਓ ਰਾਜਨੀਤਿਕ ਪਾਰਟੀਆਂ ਨੂੰ। ਇਹਨਾਂ ਨੇ ਸਾਡਾ ਕਿਸਾਨੀ ਦਾ ਮਤਲਬ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਜੀ। ਤੇ ਬਾਕੀ ਦੇਖੋ, ਗੁੰਮਰਾਹ ਕਰਨ ਨੂੰ ਹੁਣ ਸੁਖਬੀਰ ਸਿੰਘ ਬਾਦਲ ਜਾਂ ਬੀਬਾ ਬਾਦਲ ਜਿਹੜੇ ਜਦੋਂ ਆਰਡੀਨੈਂਸ ਜੂਨ ਦੇ ਵਿੱਚ ਉਦੋਂ ਸਾਈਨ ਕੀਤੇ, ਉਦੋਂ ਹੀ ਇਹ ਗੱਲ ਇਸ ਤਰ੍ਹਾਂ ਲਿਆਂਦੇ। ਉਹ ਜਿਵੇਂ ਬੀਜੇਪੀ ਦੇ ਹੁਣ ਲੀਡਰ ਕਹਿੰਦੇ ਜੀ, ਅਸੀਂ ਤਾਂ ਇਸ ਚੀਜ਼ ਦਾ ਇੰਨਾ ਪ੍ਰਚਾਰ ਨਹੀਂ ਕਰਿਆ ਜਿੰਨਾ ਅਕਾਲੀ ਦਲ ਨੇ ਪ੍ਰਚਾਰ ਕਰਿਆ ਵੀ ਇਹ ਜਿਹੜਾ ਆਰਡੀਨੈਂਸ ਹੈਗਾ ਜਾਂ ਇਹ ਬਿੱਲ ਹੈਗਾ ਕਿਸਾਨੀ ਵਾਸਤੇ ਬਹੁਤ ਚੰਗਾ। ਤੇ ਜਿਹੜਾ ਹੁਣ ਸੁਖਬੀਰ ਬਾਦਲ ਆ ਕੇ ਇਹ ਪੰਜਾਬ ਦੇ ਵਿੱਚ ਕਹਿੰਦਾ ਜੀ, ਕਹਿੰਦਾ ਹਰ ਕਿਸਾਨ ਕਾਲੀ ਹੈਗਾ ਜਾਂ ਹਰ ਸਿੱਖ ਕਾਲੀ ਆ। ਦੇਖੋ ਕਿਸ ਤਰ੍ਹਾਂ ਗੁੰਮਰਾਹ ਕਰ ਰਿਹਾ ਹੈ। ਇਹਨਾਂ ਲੋਕਾਂ ਨੇ ਇਹਨਾਂ ਨੂੰ ਅਰਥ ਤੋਂ ਫਰਸ਼ ਤੇ ਲਿਆ ਕੇ ਸਿੱਟਿਆ, ਲੋਕ ਇਹਨਾਂ ਨੂੰ ਮੂੰਹ ਨਾ ਲਾਉਣ ਜੀ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤੇ ਵੱਖੋ ਵੱਖਰੀਆਂ ਕਾਲਸ ਹਨ ਢਿੱਲੋਂ ਸਾਹਿਬ ਤੇ ਕਿਸਾਨੀ ਦਾ ਮੁੱਦਾ ਜਿਹੜਾ ਲਗਾਤਾਰ ਅਸੀਂ ਇਸੇ ਮੁੱਦੇ ਤੇ ਹੀ ਬਣੇ ਹੋਏ ਹਾਂ। ਤੇ ਇੱਕ ਹੋਰ ਕਾਲਰ ਨੇ ਜਿਹੜੇ ਸਾਡੇ ਨਾਲ ਜੁੜ ਕੇ ਨੇ, ਪਹਿਲਾਂ ਉਹਨਾਂ ਦੀ ਵੀ ਗੱਲ ਸੁਣੀਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂ ਬੀਬਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਵੀਰ ਜੀ ਪਹਿਲਾਂ ਵਧੀਆ ਗੱਲਾਂ ਕਰਕੇ ਗਿਆ। ਮੈਂ ਵੀ ਇਹੀ ਗੱਲ ਕਰਨੀ ਸੀਗੀ ਵੀ ਜੇ ਸਿਆਸੀ ਪਾਰਟੀਆਂ ਨੇ ਇਹ ਅੰਦੋਲਨ ਫੇਰ ਕਰਨ ਨੂੰ ਫਿਰਦੀਆਂ ਨੇ, ਇਹਦੇ ਸਾਡੇ ਕਿਸਾਨ ਵੀਰਾਂ ਨੂੰ ਜਾਗਣਾ ਚਾਹੀਦਾ। ਇਹਨਾਂ ਦੇ ਲੋਲੀਪੋਪ ਚ ਨਾ ਆਉਣ ਇਹ, ਕਿਉਂਕਿ ਇਹਨਾਂ ਨੇ ਪਹਿਲਾਂ ਬਿੜਾ ਬਹਾਤਾ ਸਾਡੇ ਹਿੰਦੁਸਤਾਨ ਦਾ, ਦੋਨਾਂ ਪਾਰਟੀਆਂ ਰਲ ਕੇ, ਨਾਲ ਖਾਸ ਕਰ ਪੰਜਾਬ ਦਾ ਜੀ ਪਠਾਗੋਲੇ ਇਹਨਾਂ ਨੇ ਅਕਾਲੀਆਂ ਦੇ, ਇਹਨਾਂ ਨੇ ਕਾਂਗਰਸ ਨੇ ਕੀਤਾ। ਇਹ ਹੁਣ ਵੀ ਅਲੱਗ ਧਰਨੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਸਿਰਫ ਦਿਖਾ ਰਹੇ ਨੇ ਕਿ ਸਾਡੇ ਨਾਲ ਲੋਕ ਬਹੁਤ ਜੁੜੇ ਨੇ, ਇਹਨਾਂ ਦਾ ਇਕੱਠ ਘੱਟ ਹੋਵੇ ਤਾਂ ਕਿ ਕਹਾਂ ਪ੍ਰਭਾਵ ਨਾ ਪਵੇ। ਹਾਂਜੀ, ਮੇਰੇ ਤੁਹਾਡੇ ਚੈਨਲ ਦੇ ਥਰੂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਮੂੰਹ ਨਾ ਲਾਉਣ, ਚੰਗੀ ਗੱਲ ਹੈ, ਵਧੀਆ ਰਹਾਂਗੇ ਆਪਾਂ ਜੀ।
ਓਕੇ ਧੰਨਵਾਦ ਜੀ, ਥੈਂਕ ਯੂ, ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਸਾਰੇ ਜਿਹੜੇ ਵੀ ਦਰਸ਼ਕ ਨੇ, ਜਿਹੜੇ ਵੀ ਕਾਲਰਸ ਨੇ, ਸਭ ਨੂੰ ਮੈਂ ਬੇਨਤੀ ਕਰ ਦੇਵਾਂ ਕਿ ਹੁਣ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਟੀਵੀ ਤੋਂ ਅਸੀਂ ਵਿਦਾਇਗੀ ਲਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।